ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ 21 ਦੀ ਸੀਰੀਜ਼ ਚੱਲ ਰਹੀ ਹੈ। ਦੈਨ ਜੇ ਆਪਾਂ ਗੱਲ ਕਰੀਏ 21,000 ਦੀ ਸੀਰੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਕਿਉਂਕਿ ਇਹ ਜਿਹੜੀ ਬੁੱਕ ਹੈ ਨਾ, ਇਹ ਕਮ ਸੇ ਕਮ ਤੁਸੀਂ ਭਾਵੇਂ PCS ਦਾ ਐਗਜ਼ਾਮ ਦਿਓ, ਭਾਵੇਂ PPSC ਐਗਜ਼ਾਮ ਦਿਓ, ਭਾਵੇਂ SSC ਦਾ ਐਗਜ਼ਾਮ ਦਿਓ, ਜਿਹੜਾ ਮਰਜ਼ੀ ਐਗਜ਼ਾਮ ਦੇ ਦਿਓ, ਇਸ 'ਚੋਂ ਜਿਹੜੇ ਕੁਐਸਚਨ ਬਣਨਗੇ ਨਾ ਉਹ ਸਿੱਧਾ ਡਾਇਰੈਕਟਲੀ ਹੀ ਬਣਨਗੇ। ਐਸਾ ਕੁਛ ਨਹੀਂ ਹੈ ਕਿ ਤੁਸੀਂ ਕੁਐਸਚਨ ਪੜ੍ਹਿਆ ਕਿ ਹਾਂ ਭਾਈ ਚਲੋ ਠੀਕ ਹੈ, ਪਤਾ ਨਹੀਂ ਆਏਗਾ ਨਹੀਂ ਆਏਗਾ, ਨਹੀਂ। ਉਹਦਾ ਰੈਫਰੈਂਸ, ਉਹਦਾ ਮੀਨਿੰਗ, ਉਹਦੀ ਐਕਸਪਲੇਨੇਸ਼ਨ 'ਚੋਂ ਵੀ ਕੁਐਸਚਨ ਬਣ ਸਕਦਾ। ਸੋ ਤੁਹਾਨੂੰ ਹਲੇ ਵੀ ਸੰਦੇਹ ਹੈ ਤਾਂ ਤੁਹਾਡੇ ਲਈ ਸਪੈਸ਼ਲ ਆਪਾਂ ਲੈਕਚਰ ਸੀਰੀਜ਼ ਲੈ ਕੇ ਆ ਰਹੇ ਹਾਂ, ਤਾਂ ਕਿ ਤੁਹਾਨੂੰ ਯਕੀਨ ਦਿਵਾਉਣ ਲਈ ਕਿ ਇਹ ਜਿਹੜੇ ਕੁਐਸਚਨਸ ਹੈ ਕਮ ਸੇ ਕਮ ਹਰੇਕ ਐਗਜ਼ਾਮ ਵਿੱਚ ਇਸਦਾ ਕੋਈ ਮਤਲਬ ਤੋੜ ਨਹੀਂ ਹੈ ਕਿ ਤੁਹਾਨੂੰ ਇਸ ਤੋਂ ਇਲਾਵਾ ਕੋਈ ਕੁਐਸਚਨ ਦੇਖਣ ਨੂੰ ਮਿਲੇਗਾ। ਪੋਲਿਟੀ ਹੋ ਗਈ, ਜੋਗਰਾਫੀ ਹੋ ਗਈ, ਹਿਸਟਰੀ ਹੋ ਗਈ, ਇਕਨੋਮਿਕਸ ਹੋ ਗਈ, ਹਰੇਕ ਇੱਥੇ ਦੇਖਣ ਨੂੰ ਮਿਲੇਗਾ। ਤੁਹਾਨੂੰ ਟੈਲੀਗ੍ਰਾਮ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ, ਕਿਸ ਤਰ੍ਹਾਂ ਆਰਡਰ ਕਰਨਾ ਹੈ, ਕਿਵੇਂ ਆਪਾਂ ਨੇ ਲੈ ਕੇ ਚੱਲਣੇ ਲੈਕਚਰਸ। ਤਾਂ ਤੁਹਾਨੂੰ ਹੁਣ ਲੈਕਚਰ ਸੀਰੀਜ਼ ਵੀ ਪ੍ਰੋਵਾਈਡ ਕਰਾ ਰਹੇ ਹਾਂ, ਤਾਂ ਕਿ ਤੁਹਾਨੂੰ ਪਤਾ ਲੱਗੇ, ਤੁਸੀਂ ਇੰਟਰੈਕਟ ਕਰ ਸਕੋ, ਤੁਹਾਨੂੰ ਕੁਐਸਚਨ ਨਾਲ ਤੁਸੀਂ ਇੰਟਰੈਕਟ ਕਰ ਸਕੋ, ਸਮਝ ਸਕੋ ਕਿ ਕਿਸ ਤਰ੍ਹਾਂ ਦੇ ਕੁਐਸਚਨ ਅਸੀਂ ਇਸ ਬੁੱਕ ਵਿੱਚ ਤੁਹਾਡੇ ਲਈ ਪ੍ਰੋਵਾਈਡ ਕਰਨ ਜਾ ਰਹੇ ਹਾਂ। ਸਮਝ ਗਏ? ਚਲੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ, ਕਹਿੰਦੇ ਪੈਸੇ ਦੀ ਸਪਲਾਈ ਘਟਾ ਕੇ ਮਹਿੰਗਾਈ ਨੂੰ ਠੀਕ ਕਰਨ ਦੀ ਜਿਹੜੀ ਆਪਣੀ ਪ੍ਰਕਿਰਿਆ ਉਸ ਨੂੰ ਕੀ ਕਹਿੰਦੇ ਆ। ਹੁਣ ਜਿਵੇਂ ਸਪੋਜ਼ ਕਰੋ, ਮਹਿੰਗਾਈ ਨੂੰ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ? ਆਪਾਂ ਇਨਫਲੇਸ਼ਨ ਕਹਿੰਦੇ ਆ ਮਹਿੰਗਾਈ ਨੂੰ। ਜੇ ਤੁਹਾਨੂੰ ਪਤਾ ਹੋਵੇ, ਆਪਾਂ ਇਨਫਲੇਸ਼ਨ ਕਹਿੰਦੇ ਆ ਮਹਿੰਗਾਈ ਨੂੰ। ਹੁਣ ਇਹ ਜਿਹੜੀ ਇਨਫਲੇਸ਼ਨ ਹੈ ਨਾ, ਇਸ ਦਾ ਕੰਟਰੋਲ ਜ਼ਿਆਦਾਤਰ ਕਿਸ ਕੋਲ ਹੈ? RBI ਕੋਲ ਹੈ। ਸਮਝ ਗਏ? ਕਿਸ ਕੋਲ ਹੈ? RBI ਕੋਲ, ਮੋਸਟਲੀ RBI ਕੋਲ ਹੈ। ਉਹੀ ਆਪਣੀ ਜਿਹੜੀ ਮੋਨੀਟਰੀ ਪੋਲਿਸੀ ਵੀ ਕੁਝ ਟਾਰਗੇਟ ਲਗਾਉਂਦੀ ਹੈ ਨਾ। ਤਾਂ ਉਰੇ ਜਦੋਂ ਆਪਾਂ ਪੈਸੇ ਸਪਲਾਈ ਦਾ ਕੀ ਮਤਲਬ ਹੋ ਗਿਆ ਕਿ ਆਪਾਂ ਮਾਰਕੀਟ 'ਚ ਨਾ ਪੈਸਾ ਘਟਾਉਣਾ ਹੈ। ਮਾਰਕੀਟ 'ਚ ਪੈਸੇ ਨੂੰ ਘਟਾਉਣਾ ਕਿਉਂ? ਮਾਰਕੀਟ 'ਚ ਪੈਸਾ ਕਿਉਂ ਘਟਾਉਣਾ? ਕਿਉਂਕਿ ਬਹੁਤ ਸਾਰਾ ਪੈਸਾ ਆ ਗਿਆ, ਮਹਿੰਗਾਈ ਵੱਧੀ ਹੋਈ ਹੈ, ਮਤਲਬ ਪ੍ਰੋਡਕਟਾਂ ਦੇ ਰੇਟ ਵੱਧ ਗਏ ਨੇ, ਤਾਂ ਲੋਕਾਂ ਨੂੰ ਇਸ ਚੀਜ਼ ਦਾ ਨੁਕਸਾਨ ਅੱਗੇ ਝੇਲਣਾ ਪਏਗਾ। ਕਿਵੇਂ ਝੇਲ ਸਕਦੇ ਹਾਂ? ਸੋਚੋ ਕਿਵੇਂ ਹੋ ਸਕਦਾ ਹੈ? ਜਦੋਂ ਮਾਰਕੀਟ 'ਚ ਪੈਸਾ ਜ਼ਿਆਦਾ ਆ ਜਾਵੇ, ਲੋਕ ਜ਼ਿਆਦਾ ਚੀਜ਼ਾਂ ਮਤਲਬ ਖਰੀਦਣ ਦੀ ਕੋਸ਼ਿਸ਼ ਕਰਨਗੇ। ਪ੍ਰੋਡਕਟ ਤਾਂ ਲਿਮਿਟਿਡ ਆਪਣੇ ਕੋਲ, ਪਿੱਛੇ ਜਿਹੜੇ ਫੈਕਟਰੀ 'ਚ ਪ੍ਰੋਡਕਸ਼ਨ ਹੋ ਰਹੀ ਉਹ ਤਾਂ ਲਿਮਿਟਿਡ ਹੈ। ਹੋ ਸਕਦਾ ਪਿੱਛੋਂ ਜਿਹੜੇ ਰਿਸੋਰਸਿਸ ਆ ਉਹ ਮਹਿੰਗੇ ਹੋ ਜਾਣ, ਹੈ ਨਾ। ਇਹ ਰੋ ਮਟੀਰੀਅਲ ਮਹਿੰਗਾ ਹੋ ਜਾਵੇ। ਜਦੋਂ ਬਾਹਰ ਪਿੱਛੋਂ ਜਿਹੜੀ ਫੈਕਟਰੀ ਦੀ ਚੀਜ਼ਾਂ ਮਹਿੰਗੀਆਂ ਹੋ ਗਈਆਂ, ਪ੍ਰੋਡਕਸ਼ਨ ਇੰਨੀ ਨਹੀਂ ਹੋ ਪਾਏਗੀ, ਤਾਂ ਮਤਲਬ ਆਪਾਂ ਨੂੰ ਸਾਫ਼ ਧਿਆਨ 'ਚ ਆ ਜਾਣਾ ਚਾਹੀਦਾ ਕਿ ਪ੍ਰੋਡਕਟ ਵੀ ਮਹਿੰਗਾ ਹੋ ਜਾਏਗਾ। ਡਨ। ਜੇ ਬਹੁਤ ਸਾਰੇ ਬਾਇਰਸ ਹੋ ਜਾਣਗੇ ਅਤੇ ਜਿਹੜੇ ਮਤਲਬ ਚੀਜ਼ਾਂ ਹੋ ਜਾਣਗੀਆਂ ਘੱਟ ਹੋ ਜਾਣਗੀਆਂ, ਤਾਂ ਸਾਫ਼ ਜੀ ਗੱਲ ਹੈ ਉਹ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਹੈ ਨਾ। ਤਾਂ ਇਸੇ ਚੀਜ਼ ਨੂੰ ਰੋਕਣ ਲਈ ਕਿ ਮਤਲਬ ਇੱਕ ਬੈਲੈਂਸ ਬਣਾ ਸਕੀਏ ਕਿ ਨਾ ਤਾਂ ਜ਼ਿਆਦਾ ਮਹਿੰਗਾਈ ਹੋਵੇ, ਨਾ ਤਾਂ ਜ਼ਿਆਦਾ ਬਿਲਕੁਲ ਹੀ ਥੱਲੇ ਨਾ ਆ ਜਾਈਏ, ਤਾਂ ਉਸ ਚੀਜ਼ ਨੂੰ ਪ੍ਰੋਪਰ ਮੇਨਟੇਨ ਕਰਨ ਲਈ RBI ਆਪਣੀ ਮੇਨ ਭੂਮਿਕਾ ਨਿਭਾਉਂਦੀ ਹੈ। ਅਤੇ ਜਦੋਂ ਆਪਾਂ ਪੈਸੇ ਸਪਲਾਈ ਕਿਉਂ ਘਟਾ ਰਹੇ ਹੁੰਦੇ ਹਾਂ? ਕਿਉਂਕਿ ਪੈਸਾ ਮਾਰਕੀਟ 'ਚ ਬਹੁਤ ਆ ਚੁੱਕਾ ਹੈ ਅਤੇ ਲੱਗ ਰਿਹਾ ਕਿ ਹੁਣ ਪ੍ਰੋਡਕਟਾਂ ਦੇ ਰੇਟ ਮਹਿੰਗੇ ਹੋਣੇ ਸਟਾਰਟ ਹੋ ਜਾਣਗੇ। ਜਿਹੜਾ ਸਮੋਸਾ ਅੱਜ 10 ਰੁਪਏ ਸੀ, ਲੋਕ ਬਹੁਤ ਸਾਰੇ ਸਮੋਸੇ ਖਰੀਦਣ ਲੱਗ ਪਏ। ਉਹ ਪਿੱਛੋਂ ਇੰਨਾ ਸਮੋਸੇ ਨਹੀਂ ਬਣ ਪਾਉਣਗੇ, ਉਨੀ ਨਹੀਂ ਹੋ ਪਾਣੀ ਪ੍ਰੋਡਕਸ਼ਨ, ਕਿਉਂਕਿ ਤੁਹਾਨੂੰ ਪਤਾ ਜਿਹੜੇ ਰਿਸੋਰਸਿਸ ਹੁੰਦੇ ਆ, ਇਕਨੋਮਿਕਸ ਹਮੇਸ਼ਾ ਕਹਿੰਦੀ ਹੈ ਕਿ ਜਿਹੜੇ ਰਿਸੋਰਸਿਸ ਹੁੰਦੇ ਆ ਉਹ ਲਿਮਿਟਿਡ ਹੁੰਦੇ ਆ, ਹਮੇਸ਼ਾ ਹੀ ਲਿਮਿਟਿਡ ਹੋਣਗੇ, ਕਦੀ ਨਹੀਂ ਵਧਣੇ। ਤੁਸੀਂ ਕਹੋ ਕਿ ਤੁਹਾਡਾ ਪੈਟਰੋਲ ਤੁਹਾਡੀ ਸਦਾ ਉਮਰ ਰਹੇਗਾ, ਨਹੀਂ। ਪਾਣੀ ਸਦਾ ਉਮਰ ਰਹੇਗਾ, ਜਿੰਨਾ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰੋਗੇ ਉਸ ਮੁਤਾਬਿਕ ਹੀ ਤੁਹਾਡੇ ਕੋਲ ਰਹੇਗਾ। ਐਸਾ ਨਹੀਂ ਹੈ ਭੰਡਾਰ 'ਚ ਤੁਹਾਡੇ ਕੋਲ ਪਾਣੀ ਮਿਲਣਾ ਤੁਹਾਨੂੰ। ਪੀਣ ਦਾ ਪਾਣੀ ਕਿੰਨੇ % ਹੈ ਤੁਸੀਂ ਮੈਨੂੰ ਦੱਸ ਸਕਦੇ ਹੋ? ਤਾਂ ਹਰੇਕ ਚੀਜ਼ ਲਿਮਿਟਿਡ ਹੈ। ਤਾਂ ਇਸ ਹਿਸਾਬ 'ਤੇ ਜਦੋਂ ਆਪਾਂ ਪੈਸੇ ਸਪਲਾਈ, ਚਲੋ ਹੁਣ ਦੇਖੋ, ਕਹਿੰਦੇ ਪੈਸੇ ਦੀ ਸਪਲਾਈ ਘਟਾ ਕੇ ਮਹਿੰਗਾਈ ਨੂੰ ਠੀਕ ਕਰਨ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਵਾਂਗੇ। ਹੁਣ ਕੁਐਸਚਨ ਦਾ ਤੁਹਾਨੂੰ ਮੈਂ ਸਾਰਾ ਮੀਨਿੰਗ ਸਮਝਾ ਚੁੱਕਾ। ਹੁਣ ਦੱਸੋ ਮੈਨੂੰ ਕਿ ਜਦੋਂ ਆਪਾਂ ਪੈਸੇ ਸਪਲਾਈ ਨੂੰ ਘਟਾਉਂਦੇ ਹਾਂ, ਜਿਵੇਂ RBI ਪੈਸੇ ਸਪਲਾਈ ਨੂੰ ਘਟਾਏਗੀ ਮਾਰਕੀਟ ਵਿੱਚੋਂ, ਤਾਂ ਉਸ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਵਾਂਗੇ? ਉਹਨੂੰ ਆਪਾਂ ਕਵਾਂਗੇ ਡਿਸਇਨਫਲੇਸ਼ਨ। ਸਮਝ ਗਏ? ਉਹਨੂੰ ਆਪਾਂ ਕੀ ਕਵਾਂਗੇ? ਡਿਸਇਨਫਲੇਸ਼ਨ। ਦੈਨ ਇੱਕ ਹੁੰਦਾ ਡਿਸਇਨਫਲੇਸ਼ਨ, ਇੱਕ ਹੁੰਦਾ ਡੀਫਲੇਸ਼ਨ। ਇੰਗਲਿਸ਼ 'ਚ ਇਵੇਂ ਲਿਖਦੇ ਆਪਾਂ ਡੀਫਲੇਸ਼ਨ। ਮੈਨੂੰ ਦੱਸ ਸਕਦਾ ਕੌਣ ਜ਼ਿਆਦਾ ਮਤਲਬ ਆਪਾਂ ਗੱਲ ਕਰੀਏ ਸਟੇਬਲ ਹੈ ਜਾਂ ਮਤਲਬ ਜ਼ਿਆਦਾ ਅੱਛਾ ਪੋਜ਼ੀਟਿਵ ਹੈ? ਉਹ ਹੁੰਦਾ ਡਿਸਇਨਫਲੇਸ਼ਨ, ਜਿਸ ਵਿੱਚ RBI, ਠੀਕ ਹੈ, ਸਰਕਾਰ ਹੈ, RBI ਹੈ ਨਾ, ਉਹ ਆਪਣੇ ਹੱਥ ਚੀਜ਼ਾਂ ਲੈ ਲੈਂਦੀ ਹੈ। ਉਹ ਇਹ ਦੇਖਦੀ ਹੈ ਕਿ ਮਾਰਕੀਟ ਨੂੰ ਕਦੋਂ ਸਟੇਬਲ 'ਚ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਕਿਸ ਤਰ੍ਹਾਂ ਕਰਦੀ ਹੈ? ਸੋਚੋ। ਉਹ ਕੀ ਕਰਦੀ ਹੈ? ਰੈਪੋ ਰੇਟ ਕਦੀ ਵਧਾ ਦਿੰਦੀ, ਘਟਾ ਦਿੰਦੀ ਹੈ। ਹੁਣ ਜਿਵੇਂ ਇਹ 'ਚ ਪੈਸੇ ਸਪਲਾਈ ਨੂੰ ਘਟਾਉਣਾ ਆਪਾਂ ਨੇ, ਕੀ ਕਰੇਗੀ ਉਹ? ਰੈਪੋ ਰੇਟ ਨੂੰ ਵਧਾ ਦੇਗੀ, ਲੋਨਸ ਦੇ ਇੰਟਰਸਟ ਮਹਿੰਗੇ ਕਰ ਦੇਗੀ, ਹੈ ਨਾ। ਲੋਕਾਂ ਦੇ ਹੱਥੋਂ ਪੈਸਾ ਖਿੱਚਣਾ ਆਪਾਂ ਨੇ। ਤਾਂ ਇਸ ਤਰ੍ਹਾਂ ਦੀ ਕੁਝ ਇੰਸਟਰੂਮੈਂਟ ਯੂਜ਼ ਕੀਤੇ ਜਾਂਦੇ, ਜਿਹਦੇ ਨਾਲ ਕੁਝ ਟੂਲਸ ਯੂਜ਼ ਕੀਤੇ ਜਾਂਦੇ, ਜਿਹਦੇ ਨਾਲ ਮਾਰਕੀਟ 'ਚ ਪੈਸਾ ਘਟਾਇਆ ਜਾਂਦਾ। ਮੈਂ ਤੁਹਾਨੂੰ ਜਿਵੇਂ ਦੱਸਿਆ ਸੀ, ਡਿਸਇਨਫਲੇਸ਼ਨ ਹੁੰਦਾ, ਹੈ ਨਾ। ਇੱਕ ਹੁੰਦਾ ਡੀਫਲੇਸ਼ਨ। ਡੀਫਲੇਸ਼ਨ 'ਚ ਕੋਈ RBI ਦਾ ਕੋਈ ਖਾਸ ਰੋਲ ਨਹੀਂ ਹੁੰਦਾ। ਉਹ ਤਾਂ ਜਨਰਲ ਜਿਹੜਾ ਪ੍ਰਾਈਸ ਲੈਵਲ ਉਹੀ ਆਪੇ ਆਪ ਘੱਟ ਜਾਂਦਾ। ਡਿਮਾਂਡ ਜਿਹੜੀ ਸਪਲਾਈ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਮਾਰਕੀਟ ਵਿੱਚ, ਉਸਦੇ ਕਰਕੇ ਕਦੀ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ, ਕਦੀ ਚੀਜ਼ਾਂ ਘੱਟ ਜਾਂਦੀਆਂ। ਇਹ ਚੀਜ਼ਾਂ ਨਾ ਨੈਗੇਟਿਵ ਹੁੰਦੀਆਂ, ਮਤਲਬ ਕਿ ਇਹ ਬਹੁਤ ਵੀਕ ਕਰ ਦਿੰਦੀ ਹੈ ਇਕੋਨਮੀ ਨੂੰ, ਜਦੋਂ ਆਪਾਂ ਮਾਰਕੀਟ ਦੇ ਉੱਪਰ ਡਿਪੈਂਡ ਰਹਿ ਜਾਂਦੇ ਹਾਂ, ਜਦੋਂ ਗੌਰਮੈਂਟ ਆਪਣਾ ਕੋਈ ਰੋਲ ਨਾ ਨਿਭਾਵੇ ਮਹਿੰਗਾਈ ਲਈ। ਜਿਵੇਂ ਸਪੋਜ਼ ਕਰੋ, ਪਿੱਛੇ ਆਪਾਂ ਹੁਣੀ ਦੇਖਿਆ, ਆਪਣਾ ਹੁਣੀ
ਫੋਰ ਐਗਜ਼ਾਮਪਲ ਆਪਣੀ ਅਨਾਉਂਸਮੈਂਟ ਹੋਈ ਹੈ ਕਿ ਡੀਜ਼ਲ 10 ਰੁਪਏ ਘੱਟ ਜਾਏਗਾ, ਪੈਟਰੋਲ 5 ਰੁਪਏ ਐਕਸਾਈਜ਼ ਡਿਊਟੀ ਘੱਟ ਜਾਏਗੀ, ਤੁਹਾਨੂੰ ਲੱਗੇਗਾ ਕਿੰਨਾ ਕੁ ਫਰਕ ਪਏਗਾ? ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਹ ਇਕਨੋਮਿਕਸ ਹੈ, ਇਹ ਇਨਵਿਜ਼ੀਬਲ ਹੈਂਡ ਹੈ। ਸਮਝ ਪਾ ਰਹੇ ਹੋ? ਚਲੋ ਅਗਲਾ ਹੁਣ ਸੀ ਆਪਸ਼ਨ ਆਪਣਾ ਪਤਾ ਲੱਗ ਗਿਆ ਤੁਹਾਨੂੰ। ਚਲੋ ਅਗਲਾ ਕੁਐਸਚਨ ਦੇਖੋ, ਕਹਿੰਦੇ ਭਾਰਤੀ ਖੇਤੀਬਾੜੀ ਦਾ ਵਰਣਨ ਆਮ ਤੌਰ 'ਤੇ ਕਿਸ ਦੁਆਰਾ ਕੀਤਾ ਜਾਂਦਾ ਹੈ? ਹੁਣ ਜਦੋਂ ਆਪਾਂ ਆਪਣੀ ਐਗਰੀਕਲਚਰ ਨੂੰ ਦੇਖਦੇ ਹਾਂ ਤਾਂ ਸਾਨੂੰ ਉਸਦੇ ਫੀਚਰਸ ਵਿੱਚ ਕੀ ਚੀਜ਼ ਦੇਖਣ ਨੂੰ ਮਿਲਦੀ ਹੈ? ਹੈਜ਼ ਇਕਨੋਮਿਕ ਲੈਵਲ, ਕਿਉਂਕਿ ਆਪਾਂ ਇਕਨੋਮਿਕਸ ਦਾ ਹੀ ਵੋਲਿਊਮ ਪੜ੍ਹ ਰਹੇ ਹਾਂ। ਆਪਾਂ 21,000 ਸੀਰੀਜ਼ ਜਿਹੜੀ ਬੁੱਕ ਹੈ ਉਸਦਾ ਇਕਨੋਮਿਕ ਵੋਲਿਊਮ ਪੜ੍ਹ ਰਹੇ ਹਾਂ, ਉਹਦੇ ਕੁਐਸਚਨ ਤੁਹਾਡੇ ਨਾਲ ਮੈਂ ਡਿਸਕਸ ਕਰ ਰਿਹਾ। ਤਾਂ ਤੁਸੀਂ ਦੇਖੋ ਜਦੋਂ ਤੁਸੀਂ ਐਗਰੀਕਲਚਰ ਨੂੰ ਦੇਖਦੇ ਹੋ, ਜਿਵੇਂ ਅੱਜ ਕੱਲ੍ਹ ਤਾਂ ਚਲੋ ਅੰਦੋਲਨ ਚੱਲ ਰਿਹਾ, ਵੈਸੇ ਤੁਸੀਂ ਐਗਰੀਕਲਚਰ ਦੀ ਇਕਨੋਮਿਕ ਨੂੰ ਦੇਖਦੇ ਹੋ, ਭਾਵੇਂ ਤੁਸੀਂ ਪ੍ਰੋਪਰ ਐਨਾਲਾਈਜ਼ ਨਾ ਵੀ ਕੀਤਾ ਹੋਵੇ, ਇੱਕ ਅੰਦਾਜ਼ਾ ਦਾ ਦਿਮਾਗ 'ਚ ਹੁੰਦਾ ਹੀ ਹੈ ਨਾ। ਉਹਦੇ ਆਧਾਰ 'ਤੇ ਤੁਸੀਂ 4 ਆਪਸ਼ਨ ਦਿੱਤੀ ਹੈ। ਕਿਆ ਆਪਣੇ ਖੇਤੀਬਾੜੀ, ਭਾਰਤੀ ਖੇਤੀਬਾੜੀ 'ਚ ਲੈਂਡ ਸਰਪਲਸ ਹੈ ਅਤੇ ਲੇਬਰ ਦੀ ਘਾਟ ਹੈ, ਜਾਂ ਆਪਣੇ ਉਰੇ ਲੈਂਡ ਸਰਪਲਸ ਹੈ ਅਤੇ ਲੇਬਰ ਵੀ ਸਰਪਲਸ ਹੈ, ਜਾਂ ਆਪਣੇ ਉਰੇ ਜ਼ਮੀਨ ਦੀ ਘਾਟ ਹੈ ਅਤੇ ਕਿਰਤ ਸਰਪਲਸ ਹੈ, ਠੀਕ ਹੈ, ਜਾਂ ਉਰੇ ਜ਼ਮੀਨ ਦੀ ਘਾਟ ਹੈ ਅਤੇ ਕਿਰਤ ਦੀ ਦੁਰਬਲ ਆਰਥਿਕਤਾ ਹੈ। ਮੈਨੂੰ ਕੋਈ ਦੱਸ ਸਕਦਾ ਇਹ 'ਚੋਂ ਕਿਹੜੀ ਚੀਜ਼ ਸਾਨੂੰ ਮਤਲਬ ਇੱਕ ਤਰ੍ਹਾਂ ਰੀਪ੍ਰਜੈਂਟ ਕਰਦੀ ਹੈ ਆਪਣੀ ਭਾਰਤੀ ਖੇਤੀਬਾੜੀ ਦੀ ਇਕਨੋਮਿਕ ਨੂੰ? ਦੇਖੋ ਪਹਿਲੀ ਗੱਲ ਤਾਂ ਇਹ ਆਪਣੇ ਉਰੇ ਜ਼ਮੀਨ ਦੀ ਘਾਟ ਹੈ, ਕਿਉਂਕਿ ਪੁੱਤਰ ਨੂੰ ਆਪਾਂ ਵੰਡਦੇ ਰਹਿੰਦੇ ਹਾਂ। ਹੁਣ ਇੱਕ ਘਰ 'ਚ ਬੜੇ ਸਾਰੇ ਬੱਚੇ, ਮਤਲਬ 3-4 ਬੱਚੇ ਮੁੰਡੇ ਹੈ, ਅਤੇ ਜ਼ਮੀਨ ਤਾਂ ਵੰਡ ਜਾਏਗੀ। ਤਾਂ ਕੁਛ ਕੁ ਜ਼ਮੀਨ 'ਤੇ ਕੋਈ ਚੀਜ਼ ਉਗਾਈ, ਉਹ ਉਨਾ ਐਕਟੀਵਿਟੀ ਨਹੀਂ ਹੋ ਪਾਏਗੀ, ਇੱਕ ਮਤਲਬ ਪ੍ਰੋਪਰ ਇਕਨੋਮੀ ਐਕਟੀਵਿਟੀ ਨਹੀਂ ਹੋ ਪਾਏਗੀ ਨਾ, ਉਨੀ ਫਰੂਟਫੁਲ ਨਹੀਂ ਹੈ। ਸੋ ਜ਼ਮੀਨ ਦੀ ਘਾਟ ਹੁੰਦੀ ਹੈ, ਕਿਰਤ ਦੀ ਦੁਰਬਲ ਆਰਥਿਕਤਾ ਦੇਖਣ ਨੂੰ ਮਿਲਦੀ ਹੈ। ਸੋ ਇਹਦਾ ਆਨਸਰ ਆ ਜਾਏਗਾ ਆਪਣਾ, ਕਿਹੜਾ ਆਨਸਰ ਆ ਜਾਏਗਾ? ਡੀ ਆਪਸ਼ਨ। ਸਮਝ ਗਏ? ਯਾਨੀ ਕਿ ਸੱਸਾ, ਪੰਜਾਬੀ ਜਿਵੇਂ ਕਹਿੰਦੇ ਆਪਾਂ। ਚਲੋ ਹੁਣ ਅਗਲਾ ਕੁਐਸਚਨ ਦੇਖੋ ਇਸ ਵਿੱਚ ਤੁਹਾਨੂੰ ਨਾ ਹਰੇਕ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਣਗੇ। ਦੈਨ ਕਨਸੈਪਟ ਵੀ ਪੂਰਾ ਕਲੀਅਰ ਹੋਏਗਾ, ਸਟੈਟਿਕ ਵੀ ਕਲੀਅਰ ਹੋਏਗਾ, ਸਭ ਚੀਜ਼ਾਂ ਕਲੀਅਰ ਹੋਣਗੇ। ਦੇਖੋ 5ਵੇਂ ਕੁਐਸਚਨ 'ਚ ਨਾ ਸਾਡੇ ਆਪਣੀ ਬੁੱਕ ਦੀ ਇੰਪੋਰਟੈਂਸ ਪਤਾ ਲੱਗ ਜਾਂਦੀ ਹੈ। ਹੁਣ ਉਹਨੇ ਕਿਹਾ ਤਾਂ ਕਹਿੰਦਾ ਜਿਹੜੀ ਭਾਰਤ ਦੀ ਰਾਸ਼ਟਰੀ ਆਮਦਨ ਹੈ, ਨੈਸ਼ਨਲ ਇਨਕਮ ਦਾ ਕਿਹੜਾ ਬਿਆਨ ਸਹੀ ਹੈ? ਜਦੋਂ ਵੀ ਆਪਾਂ ਨੈਸ਼ਨਲ ਇਨਕਮ ਨੂੰ ਦੇਖਦੇ ਹਾਂ ਤਾਂ ਸਾਡਾ ਕਿਹੜਾ ਬਿਆਨ ਸਹੀ ਨਿਕਲ ਕੇ ਸਾਹਮਣੇ ਆਉਂਦਾ? ਕਹਿੰਦੇ ਜਿਹੜਾ ਖੇਤੀਬਾੜੀ ਹੈ ਉਹਦਾ ਪ੍ਰਤੀਸ਼ਤ ਜਿਹੜਾ ਹੈ ਉਹ ਸਰਵਿਸ ਸੈਕਟਰ ਨਾਲੋਂ ਜ਼ਿਆਦਾ ਹੈ। ਸੇਵਾਵਾਂ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਸਰਵਿਸ ਸੈਕਟਰ ਕਹਿੰਦੇ ਹਾਂ, ਹੈ ਨਾ, ਉਸ ਨਾਲੋਂ ਜ਼ਿਆਦਾ। ਕਿਆ ਇਹ ਸਟੇਟਮੈਂਟ ਸਹੀ ਹੈ? ਹੁਣ ਤੁਸੀਂ ਸੋਚੋ, ਮੈਂ ਬਾਕੀ ਆਪਸ਼ਨਾਂ ਪੜ੍ਹਦਾ। ਦੈਨ ਅਤੇ ਅਗਲੀ ਆਪਸ਼ਨ ਕਹਿੰਦਾ ਜਿਹੜਾ ਉਦਯੋਗ ਮਤਲਬ ਮੈਨੂਫੈਕਚਰਿੰਗ ਸੈਕਟਰ ਹੈ, ਉਸਦਾ ਜਿਹੜਾ ਹਿੱਸਾ ਹੈ, ਪਰਸੈਂਟੇਜ ਹੈ ਇਕਨੋਮਿਕ ਆਪਣੇ ਨੈਸ਼ਨਲ ਇਨਕਮ ਵਿੱਚ, ਉਸ ਵਿੱਚ ਖੇਤੀਬਾੜੀ ਨਾਲੋਂ ਵੀ ਜ਼ਿਆਦਾ। ਕਿਆ ਇਹ ਚੀਜ਼ ਸਹੀ ਹੈ? ਤੀਜਾ ਆਪਣਾ ਆਪਸ਼ਨ ਕਹਿੰਦਾ ਜਿਹੜਾ ਸੇਵਾਵਾਂ ਹੈ ਉਹਦਾ ਜਿਹੜਾ ਹਿੱਸਾ ਹੈ ਉਹ ਉਦਯੋਗ ਨਾਲੋਂ ਵੀ ਵਧੇਰੇ ਹੈ। ਕਿਆ ਤੀਜੀ ਸਟੇਟਮੈਂਟ ਠੀਕ ਹੈ? ਹੁਣ ਚੌਥਾ ਆਪਸ਼ਨ ਕਹਿੰਦਾ ਜਿਹੜਾ ਸੇਵਾਵਾਂ ਦਾ ਹਿੱਸਾ ਹੈ ਉਹ ਖੇਤੀਬਾੜੀ ਅਤੇ ਉਦਯੋਗ ਨਾਲੋਂ ਵੀ ਵੱਧ ਕੇ ਹੈ। ਕਿਆ ਇਹ ਸਟੇਟਮੈਂਟ ਬਿਲਕੁਲ ਠੀਕ ਹੈ? ਮੈਨੂੰ ਦੱਸੋ, ਮਾਫ ਕਰਨਾ, ਜਸਟ ਅ ਮਿੰਟ। ਦੱਸੋ। ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਸਾਨੂੰ ਸਾਫ਼ ਪਤਾ ਜਿਹੜਾ ਆਪਣਾ ਸਰਵਿਸ ਸੈਕਟਰ ਹੈ ਉਹ ਮੋਸਟਲੀ ਵੱਧ ਹੈ, ਉਹਦਾ ਕੰਟਰੀਬਿਊਸ਼ਨ ਜਿਹੜਾ ਉਹ ਬਹੁਤ ਜ਼ਿਆਦਾ ਹੈ, ਤਾਂ ਆਪਣਾ ਡੀ ਆਪਸ਼ਨ ਲੱਗ ਜਾਏਗਾ। ਡਨ। ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ। ਡਨ। ਚਲੋ ਓਕੇ। ਜਦੋਂ ਆਪਾਂ ਥੋੜੀ ਵਿਆਖਿਆ ਵੀ ਦੇਖ ਲੈਂਦੇ ਹਾਂ। ਦੇਖੋ ਉਰੇ ਤੁਹਾਨੂੰ ਨਾਲ ਐਕਸਪਲੇਨੇਸ਼ਨ ਵੀ ਦੇਖਣ ਨੂੰ ਮਿਲੇਗੀ। ਜਦੋਂ ਆਪਾਂ ਗੱਲ ਲੱਗਦੇ ਹਾਂ, ਤੁਹਾਨੂੰ ਪਤਾ ਪ੍ਰਾਇਮਰੀ ਸੈਕਟਰ ਹੁੰਦਾ, ਇੱਕ ਸੈਕੰਡਰੀ ਸੈਕਟਰ ਹੁੰਦਾ ਅਤੇ ਟਰਸ਼ਰੀ ਸੈਕਟਰ ਹੁੰਦਾ। ਜੇ ਪ੍ਰਾਇਮਰੀ ਸੈਕਟਰ ਨਾ ਹੋਵੇ, ਸੈਕੰਡਰੀ ਕਿਵੇਂ ਆ ਜਾਏਗਾ, ਟਰਸ਼ਰੀ ਕਿਵੇਂ ਆ ਜਾਏਗਾ? ਇਹਨਾਂ ਦੀ ਭੂਮਿਕਾ ਜਿਹੜੀ ਹੈ ਇਨਸ 'ਤੇ ਡਿਪੈਂਡ ਹੈ। ਸਮਝ ਗਏ? ਮੋਸਟਲੀ ਤਾਂ ਆਪਣੇ ਹਮੇਸ਼ਾ ਨਾ ਜਦੋਂ ਆਪਾਂ ਇੰਡਸਟਰੀ ਪੋਲਿਸੀਜ਼ ਲੈ ਕੇ ਆਏ ਸੀ, ਜਦੋਂ ਤੁਹਾਨੂੰ ਮੈਂ ਐਕਸਾਈਜ਼ ਦੇ ਲੈਕਚਰ 'ਚ ਵੀ ਦੱਸਿਆ ਸੀ ਕਿ ਆਪਾਂ ਨੇ ਖੇਤੀਬਾੜੀ ਨੂੰ ਆਪਣਾ ਪ੍ਰਾਇਮਰੀ ਫੈਕਟਰ ਨਹੀਂ ਬਣਾਇਆ। ਜਦੋਂ ਭਾਰਤ ਆਜ਼ਾਦ ਹੋਇਆ ਆਪਾਂ ਨੇ ਧਿਆਨ ਕਿੱਥੇ ਦੇ ਦਿੱਤਾ? ਸਿਰਫ ਸੈਕੰਡਰੀ ਸੈਕਟਰ ਉੱਪਰ ਧਿਆਨ ਦੇ ਦਿੱਤਾ ਮੋਸਟਲੀ। ਉਹ ਫੇਲੀਅਰ ਹੋਇਆ ਨਾ ਫੇਲੀਅਰ ਕਿਉਂ ਹੋਇਆ? ਕਿਉਂਕਿ ਆਪਾਂ ਨੇ ਪ੍ਰਾਇਮਰੀ ਸੈਕਟਰ ਨੂੰ ਮਜ਼ਬੂਤ ਨਹੀਂ ਬਣਾਇਆ। ਇਹ ਇੱਕ ਦੂਜੇ ਉੱਪਰ ਡਿਪੈਂਡ ਕਰਦੇ ਨੇ। ਤਾਂ ਆਪਾਂ ਨੇ ਆਪਣੇ ਪ੍ਰਾਇਮਰੀ ਫੈਕਟਰ ਕਦੋਂ ਨਿਕਲ ਕੇ ਸਾਹਮਣੇ ਆਇਆ ਆਪਣਾ ਇਹ ਖੇਤੀਬਾੜੀ? ਜਦੋਂ 2002 ਤੋਂ ਬਾਅਦ, ਜਦੋਂ ਅਟਲ ਬਿਹਾਰੀ ਵਾਜਪੇਈ ਸਰਕਾਰ ਸੀ, ਉਸ ਵਕਤ ਆਪਾਂ ਨੇ ਸੋਚਿਆ ਚਲੋ ਨਹੀਂ, ਹੁਣ ਖੇਤੀਬਾੜੀ ਨੂੰ ਆਪਣਾ ਪ੍ਰਾਇਮਰੀ ਸੈਕਟਰ ਬਣਾਉਂਦੇ ਆਪਾਂ। ਤਾਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਨਿਕਲੀਆਂ ਸਾਹਮਣੇ ਆਈਆਂ। ਅਤੇ ਅੱਜ ਦੇਖੋ ਤਾਂ ਬੜਾ ਕੁਛ ਹੈ। ਹੁਣ ਤਾਂ ਡਿਵੈਲਪਮੈਂਟ ਹੋ ਰਹੀ ਹੈ ਨਾ ਖੇਤੀਆਂ 'ਚ। ਉਹ ਅਲੱਗ ਗੱਲ ਹੈ ਕਿ ਅੱਜ ਵੀ ਕੁਝ ਪਾਲਿਸੀ ਐਸੀਆਂ ਜੋ ਜਨਤਾ ਨਾਲ ਮੇਲ ਨਹੀਂ ਖਾ ਰਹੀ, ਜੋ ਜਨਤਾ ਦੀ ਜੋ ਮੰਗ ਹੈ, ਜੋ ਸਾਡੇ ਕਿਸਾਨਾਂ ਦੀ ਮੰਗ ਹੈ, ਉਸ ਨਾਲ ਮੇਲ ਨਹੀਂ ਖਾ ਰਹੀ। ਇਹ ਤਾਂ ਚੀਜ਼ਾਂ ਬੈਲੈਂਸਿੰਗ ਚੱਲਦੀਆਂ ਰਹਿਣੀਆਂ। ਬਟ ਆਪਾਂ ਨੇ ਆਪਣੀ ਸਟੱਡੀ ਦੇ ਮੁਹਾਵਤ ਤੇ ਸਮਝਣਾ ਕੀ ਚੀਜ਼ਾਂ ਕਹਿਣ ਦੀ ਕੋਸ਼ਿਸ਼ ਕਰ ਰਹੇ। ਓਕੇ ਡਨ। ਚਲੋ ਹੁਣ ਅਗਲਾ ਕੁਐਸਚਨ ਦੇਖੋ। ਖੇਤੀਬਾੜੀ ਉਤਪਾਦਾਂ ਦਾ ਗ੍ਰੇਡ ਅਤੇ ਮਾਨਕੀਕਰਨ ਦੁਆਰਾ ਕੀਤਾ ਜਾਂਦਾ ਹੈ। ਤਾਂ ਇਸ ਵਿੱਚ ਦੱਸੋ ਮੈਨੂੰ ਕਿਹੜੀ ਚੀਜ਼ਾਂ ਦੁਆਰਾ ਕੀਤਾ ਜਾਂਦਾ ਹੈ? ਫੂਡ ਕਾਰਪੋਰੇਸ਼ਨ ਆਫ ਇੰਡੀਆ,
ਮਾਰਕੀਟ ਅਤੇ ਨਿਰੀਖਣ ਡਾਇਰੈਕਟੋਰੇਟ, ਭਾਰਤੀ ਮਿਆਰ ਸੰਸਥਾ, ਕੇਂਦਰੀ ਅੰਕੜਾ ਸੰਗਠਨ। ਕਹਿਣ ਦਾ ਭਾਵ ਇਹ ਹੋਗਾ ਜਿਹੜੇ ਖੇਤੀਬਾੜੀ ਸਾਨੂੰ ਉਤਪਾਦ ਦੇਖਣ ਨੂੰ ਮਿਲਦੇ ਉਹਨਾਂ ਦਾ ਗ੍ਰੇਡ ਕਰਨਾ, ਉਹਨਾਂ ਦਾ ਮਾਨਕੀਕਰਨ ਕਰਨਾ ਕਿਹੜੀ ਏਜੰਸੀ ਦੁਆਰਾ ਕੀਤਾ ਜਾਂਦਾ, ਕਿਹੜੀ ਆਰਗੇਨਾਈਜੇਸ਼ਨ ਦੁਆਰਾ ਕੀਤਾ ਜਾਂਦਾ, ਉਹ ਇਹ ਪੁੱਛ ਰਿਹਾ ਉਹਦੇ, ਹੈ ਨਾ। ਇਹਦਾ ਆਨਸਰ ਕੀ ਆ ਜਾਏਗਾ ਆਪਣਾ, ਦੱਸੋ। ਇਹਦਾ ਆਨਸਰ ਆ ਜਾਏਗਾ ਮਾਰਕੀਟ ਤੇ ਨਿਰੀਖਣ ਡਾਇਰੈਕਟੋਰੇਟ। ਡਨ। ਇਹ ਜਿਹੜੀ ਏਜੰਸੀ ਹੈ ਇਹ ਇਹਨਾਂ ਦਾ ਮਤਲਬ ਖੇਤੀਬਾੜੀ ਉਤਪਾਦਨ ਦਾ ਗ੍ਰੇਡ ਕਰਦੀ ਹੈ। ਡਨ। ਓਕੇ, ਮਤਲਬ ਦੇਖਦੀ ਹੈ ਪੂਰੀ ਖੇਤੀਬਾੜੀ ਜਿਹੜੇ ਪ੍ਰੋਡਕਟ ਨਿਕਲ ਕੇ ਸਾਹਮਣੇ ਆਉਂਦੇ ਉਹ ਕਿੰਨੀ ਕੁਆਲਿਟੀ ਦੇ ਨੇ, ਹੈ ਨਾ। ਜਿਵੇਂ ਐਗ ਮਾਰਕ ਹੁੰਦਾ ਪ੍ਰੋਪਰ। ਡਨ। ਅਗਲਾ ਕੁਐਸਚਨ, ਚਲੋ। ਕਹਿੰਦੇ ਜਦੋਂ ਬਹੁਤ ਜ਼ਿਆਦਾ ਪੈਸੇ ਬਹੁਤ ਘੱਟ ਚੀਜ਼ਾਂ ਦਾ ਪਿੱਛੇ ਕਰ ਰਹੇ ਹੋਣ ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ। ਮਤਲਬ ਕਹਿਣ ਦਾ ਭਾਵ ਤੁਹਾਨੂੰ ਮੈਂ ਸਮਝਾਉਣਾ। ਦੇਖੋ ਉਰੇ ਨਾ ਬੜੀ ਸੋਹਣਾ ਕੁਐਸਚਨ ਹੈ। ਕਹਿੰਦੇ ਮਤਲਬ ਇੱਕ ਪ੍ਰੋਡਕਟ ਵਿੱਚ ਅਸੀਂ ਬਹੁਤ ਜ਼ਿਆਦਾ ਪੈਸਾ ਲਗਾ ਰਹੇ ਹਾਂ। ਫੋਰ ਐਗਜ਼ਾਮਪਲ ਐਪਲ ਦਾ ਆਈਫੋਨ ਹੈ ਨਾ। ਐਪਲ ਮਤਲਬ ਸੇਫ ਨਹੀਂ, ਆਈਫੋਨ। ਉਹਦੀ ਪੈਸਾ ਸਾਨੂੰ ਕਿੰਨਾ ਦੇਣਾ ਪੈ ਰਿਹਾ, ਆਪਣੀ ਸੇਵਿੰਗ ਜਿਹੜੀਆਂ ਕਿੰਨੀਆਂ ਜਾ ਰਹੀਆਂ ਨਾ। ਇੱਕ ਫੋਨ ਪਿੱਛੇ 50 ਤੋਂ 60 ਹਜ਼ਾਰ ਰੁਪਏ ਦੇਣਾ ਪੈਂਦਾ। ਤਾਂ ਉਹਨਾਂ ਨੂੰ ਆਪਾਂ ਇਕਨੋਮਿਕ ਐਕਟੀਵਿਟੀ 'ਚ ਕੀ ਕਹਿੰਦੇ ਹਾਂ। ਉਹ ਕਿਹੜੀ ਸਥਿਤੀ ਹੈ, ਕਿਹੜੀ ਸਥਿਤੀ ਐਸੀ ਹੁੰਦੀ ਜਿਸ ਵਕਤ ਆਪਾਂ ਆਪਣੀ ਬਹੁਤ ਘੱਟ ਚੀਜ਼ਾਂ ਲਈ ਬਹੁਤ ਜ਼ਿਆਦਾ ਪੈਸਾ ਦਿੰਦੇ ਹਾਂ। ਅਪਵਾਦ ਵਾਲੀ ਸਥਿਤੀ, ਮਹਿੰਗਾਈ ਦੀ ਸਥਿਤੀ, ਮੰਦੀ ਦੀ ਸਥਿਤੀ, ਖੜੋਤ ਦੀ ਸਥਿਤੀ। ਕੋਈ ਦੱਸ ਸਕਦਾ ਮੈਨੂੰ ਕਿਹੜੀ ਸਥਿਤੀ ਹੁੰਦੀ ਹੈ ਉਹ, ਦੱਸੋ। ਉਹ ਹੁੰਦੀ ਹੈ ਆਪਣੀ ਮਹਿੰਗਾਈ ਦੀ ਸਥਿਤੀ। ਡਨ। ਹੁਣ ਮੈਂ ਐਪਲ ਦਾ ਜਿਹੜਾ ਮੈंने ਐਗਜ਼ਾਮਪਲ ਲਾਈ ਉਹ ਤਾਂ ਚਲੋ ਨੋਰਮਲੀ ਗੱਲ ਹੈ, ਉਹ ਤਾਂ ਐਸੀ ਗੁੱਡਸ ਹੈ ਜਿੰਨੇ ਹਰੇਕ ਨੇ ਲੈਣੀ ਹੀ ਲੈਣੀ ਹੈ ਨਾ। ਮਗਰ ਕੁਝ ਚੀਜ਼ਾਂ ਐਸੀ ਹੁੰਦੀਆਂ ਜੋ ਆਪਾਂ ਰੈਗੂਲਰ ਵੇਸ 'ਚ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਲੈਣ ਪਿੱਛੇ ਆਪਾਂ ਨੂੰ ਬਹੁਤ ਪੈਸਾ ਦੇਣਾ ਪੈਂਦਾ, ਹੈ ਨਾ। ਦੇਣਾ ਪੈਂਦਾ ਨਹੀਂ ਦੇਣਾ ਪੈਂਦਾ। ਅਤੇ ਇਸਦਾ ਮਤਲਬ ਇਨਫਲੇਸ਼ਨ ਇੱਕ ਐਸੀ ਚੀਜ਼ ਹੈ ਜਿਹਦੇ ਕਰਕੇ ਉਹ ਪ੍ਰੋਡਕਟ ਮਹਿੰਗਾ ਹੁੰਦਾ ਜਾਂਦਾ। ਜਿਵੇਂ ਸਪੋਜ਼ ਕਰੋ ਆਪਣੀ ਐਫ ਡੀ ਹੈ, ਆਪਣਾ ਐਫ ਡੀ ਦਾ ਇੰਟਰਸਟ ਕਿੰਨਾ ਮਿਲ ਰਿਹਾ ਇਸ ਟਾਈਮ, 6.5 5.5 ਇੰਨਾ ਕੋਈ ਮਿਲ ਰਿਹਾ ਮੋਸਟਲੀ ਬੈਂਕਾਂ ਵਿੱਚ, ਹੈ ਨਾ। ਅਤੇ ਸਾਡਾ ਜਿਹੜਾ ਇਨਫਲੇਸ਼ਨ ਰੇਟ ਉਹ ਕਿੰਨਾ 7% 'ਤੇ ਪਹੁੰਚਿਆ ਹੋਇਆ। ਕਿਆ ਐਫ ਡੀ 'ਤੇ ਪੈਸਾ ਪਾ ਕੇ ਅਸੀਂ ਮਤਲਬ ਬੈਲੈਂਸ ਕਰ ਲਾਂਗੇ, ਨਹੀਂ ਨਾ, ਔਖਾ ਹੋ ਜਾਏਗਾ। ਇਹ ਹੁੰਦੀ ਹੈ ਮਹਿੰਗਾਈ ਦੀ ਸਥਿਤੀ, ਇਹ ਸਮਝਣਾ ਪੈਣਾ ਆਪਾਂ ਨੇ। ਚਲੋ ਹੁਣ ਅੱਗੇ ਦੇਖੋ, ਅਗਲਾ ਕੁਐਸਚਨ ਧਿਆਨ ਨਾਲ ਪੜ੍ਹਨਾ ਆਪਾਂ ਨੇ। ਡਨ। ਹੁਣ ਕਹਿੰਦੇ ਜੀ ਸਸਤੇ ਪੈਸੇ ਦਾ ਕੀ ਅਰਥ ਹੁੰਦਾ। ਚਲੋ ਮੈਂ ਤੁਹਾਨੂੰ ਆਨਸਰ ਨਾਲ ਹੀ ਦਿਖਾ ਦੇਣਾ, ਆਪਾਂ ਨੇ ਆਨਸਰ ਵੀ ਨਾਲ ਹੀ ਦੇਖਣਾ। ਚਲੋ ਸਸਤੇ ਪੈਸੇ ਦਾ ਕੀ ਅਰਥ ਹੈ ਇਕਨੋਮਿਕ ਵਿੱਚ ਸਮਝਣਾ ਆਪਾਂ ਨੇ। ਸਸਤਾ ਪੈਸਾ ਤੁਸੀਂ ਤਾਂ ਆਪਣੇ ਤਰਫ ਤੋਂ ਇੱਕ ਪਲੈਜ਼ਰ 'ਚ ਲੈ ਜਾਓਗੇ, ਮਗਰ ਆਪਾਂ ਨੇ ਇਕਨੋਮਿਕ ਐਕਟੀਵਿਟੀ ਨਾਲ ਸਮਝਣਾ। ਸਸਤੇ ਪੈਸੇ ਦਾ ਕੀ ਅਰਥ ਹੁੰਦਾ ਹੈ, ਘੱਟ ਵਿਆਜ, ਆਮਦਨੀ ਦਾ ਘੱਟ ਪੱਧਰ, ਬਚਾਅ ਦਾ ਘੱਟ ਪੱਧਰ, ਜੀਵਨ ਪੱਧਰ ਦਾ ਨੀਵਾਂ ਪੱਧਰ। ਸਸਤਾ ਪੈਸਾ ਮਤਲਬ ਘੱਟ ਵਿਆਜ। ਡਨ। ਇਹ ਸਥਿਤੀ ਕਦੋਂ ਹੁੰਦੀ ਹੈ, ਮੈਨੂੰ ਦੱਸ ਸਕਦਾ ਕਦੋਂ, ਜਦੋਂ ਸਾਡਾ ਰੈਪੋ ਰੇਟ ਘੱਟ ਜਾਵੇ, ਹੈ ਨਾ। ਰੈਪੋ ਰੇਟ ਘੱਟ ਜੇ ਤਾਂ ਇਸਦਾ ਕੀ ਫਰਕ ਪੈਂਦਾ ਕਿ ਅੱਗੋਂ ਜਿਹੜੇ ਬੈਂਕ ਹੈ ਉਹ ਘੱਟ ਵਿਆਜ 'ਤੇ ਲੋਨ ਪ੍ਰੋਵਾਈਡ ਕਰਦੇ ਨੇ। ਸਮਝ ਗਏ, ਘੱਟ ਵਿਆਜ 'ਤੇ ਲੋਨ ਪ੍ਰੋਵਾਈਡ ਕਰਦੇ ਨੇ। ਤਾਂ ਜੇ ਘੱਟ ਵਿਆਜ 'ਤੇ ਤੁਹਾਨੂੰ ਲੋਨ ਮਿਲ ਜਾਏਗਾ ਤਾਂ ਉਹ ਆਲਰੇਡੀ ਗੱਲ ਹੈ ਕਿ ਉਹ ਪੈਸਾ ਕੀ ਹੋਏਗਾ, ਸਸਤਾ ਪੈਸਾ ਹੋਏਗਾ। ਦੈਨ ਪੈਸਾ ਤੁਹਾਨੂੰ ਮਾਰਕੀਟ ਜ਼ਿਆਦਾ ਦੇਖਣ ਨੂੰ ਮਿਲੇਗਾ। ਆਪਾਂ ਦੀ ਲਾਈਫ ਵਿੱਚ ਆਪਾਂ ਸਟੂਡੈਂਟ ਹਾਂ, ਆਪਾਂ ਨੂੰ ਉਨਾ ਮਤਲਬ ਪ੍ਰੈਕਟੀਕਲ 'ਚ ਨਹੀਂ ਸਮਝ ਆਉਣਾ ਜਦ ਤੱਕ ਤੁਸੀਂ ਮਾਰਕੀਟ ਨਹੀਂ ਪ੍ਰੋਪਰ ਦੇਖਦੇ। ਜਿਹੜੇ ਬੰਦੇ ਪ੍ਰੋਪਰ ਮਾਰਕੀਟ 'ਚ ਰਹਿੰਦੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਹਾਲਾਂਕਿ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਮੈਂ ਤੁਹਾਨੂੰ ਸਹੀ ਦੱਸਾਂ, ਇੱਕ ਮਾਰਕੀਟ ਦੇਖੋਗੇ ਨਾ, ਉਸਦੀ ਇੱਕ ਦੁਕਾਨ ਦਾ ਬੰਦਾ ਦਿਹਾੜੀ ਕਮਾਉਂਦਾ 500 ਰੁਪਏ 1000 ਰੁਪਏ, ਉਹਨੂੰ ਨਹੀਂ ਪਤਾ ਲੱਗ ਰਿਹਾ ਕਿ ਮਹਿੰਗਾਈ ਪ੍ਰੋਪਰਲੀ ਮੰਦਾ ਚੱਲ ਰਹੀ ਹੈ ਜਾਂ ਬਿਲਕੁਲ ਹੀ ਅੱਛੀ ਚੱਲ ਰਹੀ ਹੈ। ਮੈਂ ਇੱਕ ਗੱਲ ਨੂੰ ਸਮਝ ਲਓ ਸਾਹਬ ਕਿ ਇਕਨੋਮਿਕਸ ਜਿਹੜੀ ਹੈ ਇਨਵਿਜ਼ੀਬਲ ਹੈਂਡ ਹੈ। ਕਦ ਕਿੱਥੇ ਕਿਹੜੀ ਡੀਲਿੰਗ ਹੋ ਰਹੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ। ਤੁਸੀਂ ਕਿੱਥੋਂ ਸਮਝਦੇ ਹੋ, ਜਦ ਤੁਸੀਂ ਇਨਫਲੇਸ਼ਨ ਸਮਝਦੇ ਹੋ, ਹੈ ਨਾ, ਜਦ ਤੁਸੀਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਸਮਝਦੇ ਹੋ, ਜਦ ਤੁਸੀਂ ਹੋਲਸੇਲ ਪ੍ਰਾਈਸ ਇੰਡੈਕਸ ਨੂੰ ਸਮਝਦੇ ਹੋ, ਉਦੋਂ ਹੀ ਤੁਹਾਨੂੰ ਸਮਝ ਆਉਂਦਾ ਹੈ ਕਿ ਅੱਛਾ ਇਹ ਚੀਜ਼ਾਂ ਇਸ ਤਰੀਕੇ ਨਾਲ ਚੱਲ ਰਹੀਆਂ। ਉਦੋਂ ਹੀ ਤੁਹਾਨੂੰ ਸਮਝ ਆਉਂਦਾ ਕਿ ਮੰਦੀ ਹੈ ਜਾਂ ਮਤਲਬ ਸਰਪਲਸ ਹੈ। ਉਦੋਂ ਹੀ ਤੁਹਾਨੂੰ ਸਮਝ ਆਉਂਦਾ ਕਿ ਆਪਣੀ ਜਿਹੜੀ ਇਕੋਨਮੀ ਹੈ ਰਿਸੈਸ਼ਨ 'ਚ ਚੱਲ ਰਹੀ ਹੈ ਜਾਂ ਮਤਲਬ ਬੂਮ ਕਰ ਰਹੀ ਹੈ। ਆਪਾਂ ਨੂੰ ਫੈਕਟਸ ਤੋਂ ਹੀ ਸਮਝ ਆਏਗਾ। ਜਿਨ੍ਹਾਂ ਦੀ ਰਿਸਪੌਂਸਿਬਿਲਿਟੀ ਹੈ ਉਹ ਸਹੀ ਤਰੀਕੇ ਨਾਲ ਐਨਾਲਾਈਜ਼ ਕਰ ਸਕਦੇ ਨੇ, ਉਹ ਰੋਜ਼ ਅੱਖਾਂ ਨਾਲ ਦੇਖ ਸਕਦੇ ਨੇ, ਮਤਲਬ ਪ੍ਰੋਪਰਲੀ ਜਾਣ ਸਕਦੇ ਨੇ ਮਾਰਕੀਟ ਨੂੰ। ਆਪਣਾ ਕੰਮ ਤਾਂ ਸਿਰਫ ਫੈਕਟਸ ਨਾਲ ਸਮਝ ਕੇ ਜਾਂ ਉਹਨਾਂ ਦੀ ਕਲੈਰੀਫਿਕੇਸ਼ਨ ਨਾਲ ਸਮਝ ਕੇ ਹੀ ਸਮਝ ਸਕਦੇ ਨੇ। ਸੋ ਉਹਦੇ ਸਸਤੇ ਪੈਸੇ ਦਾ ਅਰਥ ਕੀ ਹੋ ਜਾਏਗਾ, ਘੱਟ ਵਿਆਜ।
ओके चलो ਹੁਣ ਅਗਲਾ ਕੁਐਸਚਨ ਦੇਖੋ, ਕਹਿੰਦੇ ਕਿਸਾਨ ਕ੍ਰੈਡਿਟ ਸਕੀਮ ਕਦੋਂ ਆਰੰਭ ਹੁੰਦੀ ਹੈ? ਕਿਸਾਨ ਕ੍ਰੈਡਿਟ ਸਕੀਮ ਕਦੋਂ ਆਰੰਭ ਹੁੰਦੀ ਹੈ? 1991, 96, 98, 2000। ਇਹ ਹੁੰਦੀ ਹੈ ਆਪਣੀ, ਦੱਸੋ ਮੈਨੂੰ, 2000 'ਚ, ਮੋਸਟਲੀ 2000 'ਚ ਹੋ ਜਾਂਦੀ ਹੈ ਨਾ। ਅਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਕਿਉਂਕਿ ਇੰਪਲੀਮੈਂਟੇਸ਼ਨ ਜਿਹੜਾ ਪ੍ਰੋਸੈਸ ਹੈ ਹੌਲੀ ਹੌਲੀ ਦੇਖਣ ਨੂੰ ਮਿਲਦਾ। ਜਦੋਂ ਪੋਲਿਸੀ ਅਨਾਊਂਸ ਹੁੰਦੀ ਹੈ ਅਲੱਗ ਚੀਜ਼ ਹੁੰਦੀ ਹੈ, ਮਗਰ ਜਿਹੜਾ ਇੰਪਲੀਮੈਂਟੇਸ਼ਨ ਪ੍ਰੋਸੈਸ ਹੈ ਉਹ 2000 ਤੋਂ ਸਟਾਰਟ ਹੋ ਗਿਆ ਸੀ। ਤਾਂ ਇਸ ਵਿੱਚ ਤੁਹਾਨੂੰ ਇੱਕ ਚੀਜ਼ ਦੇਖਣ ਨੂੰ ਮਿਲੇਗੀ, ਆਪਾਂ ਨੂੰ ਇਸ ਸਕੀਮ ਦੇ ਦੁਆਰਾ ਇਸਦਾ ਬੈਕਗਰਾਊਂਡ ਵੀ ਜਾਣਨਾ। ਹੁਣ ਕਿਸਾਨ ਕ੍ਰੈਡਿਟ ਲਿਆਉਣ ਦਾ ਮਤਲਬ ਕੀ ਸੀ? ਕਿਸਾਨ ਨਾ ਆਪਣੀ ਛੋਟੀ ਛੋਟੀ ਚੀਜ਼ਾਂ ਲਈ ਲੋਨ ਲੈਂਦਾ ਫਿਰਦਾ ਸੀ, ਡਨ, ਜਾਂ ਮਤਲਬ ਕਿ ਉਹਨੂੰ ਰਿਕੁਆਇਰਮੈਂਟ ਹੁੰਦੀ ਸੀ, ਜਿਵੇਂ ਸਪੋਜ਼ ਕਰੋ ਉਹਨੇ ਵੱਡਾ ਲੋਨ ਤਾਂ ਲੈ ਲਿਆ, ਮਗਰ ਉਸ ਕੋਲ ਵਰਕਿੰਗ ਕੈਪੀਟਲ ਰੋਜ਼ ਦੀ ਲੋੜ ਇੰਦਾ ਚੀਜ਼ਾਂ ਲਈ ਜੋ ਪੈਸੇ ਦੀ ਲੋੜ ਪੈਂਦੀ ਸੀ ਉਹ ਪ੍ਰੋਪਰ ਪੈਸਾ ਨਹੀਂ ਹੁੰਦਾ ਸੀ। ਤਾਂ ਸਰਕਾਰ ਨੂੰ ਦੇਖਿਆ ਕਿਸਾਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ, ਤਾਂ ਕਿਸਾਨ ਇਸ ਤਰ੍ਹਾਂ ਦੇ ਕ੍ਰੈਡਿਟ ਸਕੀਮ ਲਿਆਉਂਦੀ ਗਈ, ਜਿਸ ਵਿੱਚ ਉਹ ਕ੍ਰੈਡਿਟ ਕਾਰਡ ਦੇ ਦੁਆਰਾ ਮਤਲਬ ਕੋਈ ਖਰੀਦ ਸਕਦੇ ਚੀਜ਼ਾਂ, ਲੈ ਸਕਦੇ ਉਧਾਰ 'ਤੇ ਚੀਜ਼ਾਂ ਉਹਨਾਂ ਨੂੰ ਮਿਲ ਜਾਣਗੀਆਂ। ਜਦੋਂ ਉਹਨਾਂ ਦੀ ਆਮਦਨੀ ਆ ਜਾਂਦੀ ਹੈ ਫਿਰ ਉਸ ਵਿੱਚੋਂ ਪੇਮੈਂਟ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਕਿਸਾਨ ਕ੍ਰੈਡਿਟ ਸਕੀਮ ਲਿਆਉਂਦੀ ਗਈ, ਡਨ। ਹੁਣ ਅਗਲਾ ਕੁਐਸਚਨ ਦੇਖੋ, ਧਿਆਨ ਨਾਲ ਪੜ੍ਹਿਓ, ਡਨ। ਸਰਕਾਰ ਦੁਆਰਾ ਵੇਜ਼ ਐਂਡ ਮੀਨਸ ਐਡਵਾਂਸਿਸ ਕਿਸ ਤੋਂ ਲੈਂਦੀ ਹੈ? ਹੁਣ ਨਾ ਸਰਕਾਰ ਵੀ ਕੁਛ ਮਤਲਬ ਬੋਰੋ ਕਰਦੀ ਹੈ ਪੈਸਾ, ਹੈ ਨਾ। ਉਹਨੂੰ ਆਪਾਂ ਕਹਿੰਦੇ ਹਾਂ ਵੇਜ਼ ਐਂਡ ਮੀਨਸ ਐਡਵਾਂਸ, ਹੈ ਨਾ। ਉਹ ਕਿਸ ਤੋਂ ਲਏਗੀ? RBI ਤੋਂ ਲਏਗੀ, IDBI ਤੋਂ ਲਏਗੀ, SBI ਤੋਂ ਲਏਗੀ, ICICI ਤੋਂ ਲਏਗੀ। ਸਾਫ਼ ਜੀ ਗੱਲ ਹੈ ਕਿ ਬਾਕੀ ਆਪਸ਼ਨ ਤਾਂ ਬਿਲਕੁਲ ਹੀ ਐਲੀਮੀਨੇਟ ਹੋ ਜਾਂਦੇ ਨੇ, ਨਾ ਤਾਂ IDBI ਤੋਂ ਲਏਗੀ, ਨਾ ਤਾਂ ICICI ਤੋਂ ਲਏਗੀ, ਨਾ SBI ਤੋਂ ਲਏਗੀ, ਉਹ RBI ਤੋਂ ਲਏਗੀ। ਉਹ RBI ਤੋਂ ਪੈਸਾ ਲੈ ਲੈਂਦੀ ਹੈ ਨਾ, ਵੇਜ਼ ਐਂਡ ਮੀਨਸ ਨਾਲ ਪੈਸਾ ਲੈ ਲੈਂਦੀ ਹੈ ਇੱਕ ਤਰੀਕੇ ਨਾਲ। ਫਿਰ ਉਸ 'ਤੇ ਜਿਹੜਾ ਬੋਝ ਹੈ ਨਾ, ਐਕਸਟਰਨਲ ਬੋਝ ਜਿਹੜਾ ਲੋਨ ਲੈਣ ਦਾ, ਉਹ ਉਹਨਾਂ ਨਹੀਂ ਪੈਂਦਾ। ਜਿਵੇਂ ਵਰਲਡ ਬੈਂਕ ਹੋ ਗਿਆ, ਹੈ ਨਾ, ਵਰਲਡ ਬੈਂਕ ਤੋਂ ਹੋ ਗਿਆ, ADB ਤੋਂ ਹੋ ਗਿਆ, AIIB ਤੋਂ ਹੋ ਗਿਆ, ਇਹਨਾਂ ਤੋਂ ਲੈਣ ਦੀ ਲੋੜ ਨਹੀਂ ਪੈਂਦੀ ਜ਼ਿਆਦਾ। ਫਿਰ ਇਸ ਕਰਕੇ ਉਹ ਕਿੱਥੋਂ ਲੈ ਲੈਂਦੀ ਹੈ? RBI ਤੋਂ ਪੈਸਾ ਲੈ ਲੈਂਦੀ ਹੈ, ਡਨ। ਕੁਐਸਚਨ ਦੇਖੋ, ਹੁਣ ਨਾਬਾਰਡ ਕਿਹਨੂੰ ਕਹਿੰਦੇ ਆਪਾਂ? ਮਤਲਬ ਆਪਾਂ ਨੂੰ ਨਾਬਾਰਡ ਕਿਹਦੇ ਨਾਲ ਜੁੜਿਆ ਹੋਇਆ? ਐਗਰੀਕਲਚਰ ਨਾਲ ਜੁੜਿਆ ਹੋਇਆ, ਹੈ ਨਾ। ਤਾਂ ਬਸ ਜੇ ਇਸ ਤਰ੍ਹਾਂ ਦਾ ਕੁਐਸਚਨ ਪੁੱਛ ਲਿਆ ਜਾਵੇ, ਨਾਬਾਰਡ ਦੇ ਵਿਕਾਸ ਨਾਲ ਜੁੜਿਆ ਹੋਇਆ, ਕਿਸ ਦੇ ਵਿਕਾਸ ਨਾਲ ਜੁੜਿਆ ਹੋਇਆ? ਉਹ ਖੇਤੀਬਾੜੀ ਸੈਕਟਰ ਅਤੇ ਪੇਂਡੂ ਖੇਤਰ, ਭਾਰੀ ਉਦਯੋਗ, ਅਸਲ ਅਸਟੇਟ, ਠੀਕ ਹੈ, ਮਤਲਬ ਰੀਅਲ ਅਸਟੇਟ ਦੀ ਗੱਲ ਕਰ ਰਹੇ ਹੋ, ਹੈ ਨਾ। ਅਸਲ ਮਤਲਬ ਰੀਅਲ ਅਸਟੇਟ, ਬੈਂਕਿੰਗ ਸੈਕਟਰ ਨਾਲ। ਸਾਫ਼ ਦੀ ਗੱਲ ਹੈ, ਜਦੋਂ ਵੀ ਨਾਬਾਰਡ ਆ ਜਾਵੇ ਤਾਂ ਉਹ ਕਿਹਦੇ ਨਾਲ ਜੁੜਿਆ ਹੋਇਆ? ਖੇਤੀਬਾੜੀ ਸੈਕਟਰ ਨਾਲ ਜੁੜਿਆ ਹੋਇਆ, ਡਨ। ਕਦੋਂ ਲਿਆਂਦਾ ਗਿਆ ਸੀ? ਇਹ ਲਿਆਉਂਦਾ ਗਿਆ ਸੀ 12 ਜੁਲਾਈ 1982। ਮੈਨੂੰ ਦੱਸ ਸਕਦਾ ਇਹ ਕਿਹੜੀ ਕਮੇਟੀ ਦੁਆਰਾ ਲਿਆਉਂਦਾ ਗਿਆ? ਕਿਸ ਕਮੇਟੀ ਨੇ ਰਿਕਮੈਂਡ ਕੀਤਾ ਸੀ ਕਿ ਤੁਸੀਂ ਇਸ ਤਰ੍ਹਾਂ ਦਾ ਨਾਬਾਰਡ ਲੈ ਕੇ ਆਓ, ਹੈ ਨਾ, ਇਸ ਤਰ੍ਹਾਂ ਦਾ ਬੈਂਕ ਲੈ ਕੇ ਆਓ, ਡਨ। ਤੁਸੀਂ ਮੈਨੂੰ ਦੱਸਣਾ ਹੈ, ਤੁਹਾਡੇ ਲਈ ਹੋਮਵਰਕ ਹੈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ। ਚਲੋ ਅਗਲਾ ਕੁਐਸਚਨ ਦੇਖੋ, ਹੁਣ ਕਹਿੰਦੇ ਇੱਕ ਬੈਂਕ ਗਾਹਕ ਨੂੰ, ਠੀਕ ਹੈ, ਇੱਕ ਬੈਂਕ ਗਾਹਕ ਨੂੰ ਉਸਦੇ ਮੌਜੂਦਾ ਖਾਤੇ ਤੋਂ ਜ਼ਿਆਦਾ ਪੈਸਾ ਵਧਾਉਣ ਦੀ ਆਗਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਪਹਿਲਾਂ ਤਾਂ ਇਹ ਸਮਝੋ ਕਹਿਣਾ ਕੀ ਚਾਹ ਰਿਹਾ। ਉਹ ਇਹ ਕਹਿਣਾ ਚਾਹ ਰਿਹਾ, ਹੁਣ ਬੈਂਕ ਹੈ, ਬੈਂਕ ਕਸਟਮਰ ਨੂੰ ਕਹਿੰਦਾ ਹੈ ਜੇ ਤੁਹਾਡੇ ਖਾਤੇ 'ਚ 10,000 ਰੁਪਏ ਹੈ ਤਾਂ ਕੋਈ ਚੱਕਰ ਨਹੀਂ, ਤੁਸੀਂ 15,000 ਦੀ ਤੁਹਾਨੂੰ ਮੈਂ ਲਿਮਿਟ ਦੇ ਰਿਹਾ, ਤੁਸੀਂ ਇੰਨਾ ਪੈਸਾ ਕਢਾ ਸਕਦੇ ਹੋ। ਇਹ ਜਿਹੜਾ 5,000 ਰੁਪਏ ਵੱਧ ਘਟਾਉਣ ਹੈ ਨਾ, ਇਸ ਪ੍ਰਕਿਰਿਆ ਨੂੰ, ਇਸ ਪ੍ਰੋਸੈਸ ਨੂੰ ਬੈਂਕ ਦੇ ਆਧਾਰ 'ਤੇ, ਬੈਂਕ ਦੀ ਡੈਫੀਨੇਸ਼ਨ ਦੇ ਆਧਾਰ 'ਤੇ ਕੀ ਕਿਹਾ ਜਾਂਦਾ ਹੈ? ਇਹ ਪੁੱਛ ਰਿਹਾ ਉਹ। ਇੱਕ ਨਿੱਜੀ ਲੋਨ ਕਿਹਾ ਜਾਂਦਾ ਹੈ, ਇੱਕ ਸਧਾਰਨ ਰਿਣ ਕਿਹਾ ਜਾਂਦਾ ਹੈ, ਐਕਸਚੇਂਜ ਦੇ ਬਿੱਲ ਨੂੰ ਛੂਟ ਦੇਣਾ ਕਿਹਾ ਜਾਂਦਾ ਹੈ, ਇੱਕ ਓਵਰਡਰਾਫਟ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਓਵਰਡਰਾਫਟ ਕਿਹਾ ਜਾਂਦਾ। ਹੁਣ ਓਵਰਡਰਾਫਟ ਕਿਉਂ ਦਿੰਦੇ ਆਪਾਂ? ਹਰੇਕ ਕਸਟਮਰ ਨੂੰ ਮਿਲ ਜਾਂਦਾ? ਮੈਨੂੰ ਦੱਸੋ, ਮੈਨੂੰ ਹਰੇਕ ਕਸਟਮਰ ਨੂੰ ਮਿਲ ਜਾਏਗਾ? ਨਹੀਂ, ਹਰੇਕ ਕਸਟਮਰ ਨੂੰ ਨਹੀਂ ਮਿਲੇਗਾ। ਜਿਨ੍ਹਾਂ ਦਾ ਬਿਜ਼ਨਸ ਅੱਛਾ ਹੈ, ਜਿਨ੍ਹਾਂ ਦੀ ਟ੍ਰਾਂਜੈਕਸ਼ਨਸ ਅੱਛੀ ਹੈ, ਜਿਨ੍ਹਾਂ ਦਾ ਰੈਪੂਟੇਸ਼ਨ ਅੱਛੀ ਹੈ, ਐਜ਼ ਅ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਅੱਛੀ ਹੈ ਨਾ, ਜਿਨ੍ਹਾਂ ਦਾ ਪਤਾ ਲੱਗ ਰਿਹਾ ਕਿ ਇਹ ਪੇਮੈਂਟਾਂ ਕਰਦੇ ਰਹਿੰਦੇ ਹੈ, ਇਹ ਆਪਣੀ ਲੋਨ ਦੀ ਰਿਕਵਰੀ ਸਹੀ ਟਾਈਮ 'ਤੇ ਕਰ ਦਿੰਦੇ ਹੈ ਨਾ। ਜਦੋਂ ਉਸ ਤਰ੍ਹਾਂ ਦੀ ਰੈਪੂਟੇਸ਼ਨ ਕੁਝ ਕਸਟਮਰ ਦੀ ਬਣ ਜਾਂਦੀ ਹੈ ਤਦ ਇਸ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਓਵਰਡਰਾਫਟ, ਠੀਕ ਹੈ, ਓਕੇ। ਚਲੋ ਹੁਣ ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਕਸ ਕੇਂਦਰ ਸਰਕਾਰ ਦੁਆਰਾ ਇਕੱਤਰ ਨਹੀਂ ਕੀਤਾ ਜਾਂਦਾ? ਕਹਿਣ ਦਾ ਭਾਵ ਕਿ ਐਸਾ ਕਿਹੜਾ ਟੈਕਸ ਹੈ ਜੋ ਸੈਂਟਰਲ ਗੌਰਮੈਂਟ ਕਲੈਕਟ ਨਹੀਂ ਕਰਦੀ? ਕਿਹੜਾ ਹੋ ਸਕਦਾ? ਇਨਕਮ ਟੈਕਸ, ਕਸਟਮ ਡਿਊਟੀ, ਪੇਸ਼ੇਵਰ ਟੈਕਸ ਯਾਨੀ ਕਿ ਪ੍ਰੋਫੈਸ਼ਨਲ ਟੈਕਸ, ਦੈਨ ਆਬਾਕਾਰੀ ਡਿਊਟੀ। ਇਹ ਹੋ ਜਾਏਗਾ ਆਪਣਾ ਪ੍ਰੋਫੈਸ਼ਨਲ ਟੈਕਸ, ਦੈਨ ਇਹ ਜਿਹੜੀ ਸੈਂਟਰਲ ਗੌਰਮੈਂਟ ਹੈ ਉਹ ਕਲੈਕਟ ਨਹੀਂ ਕਰਦੀ। ਹੁਣ ਅਗਲਾ ਕੁਐਸਚਨ ਦੇਖੋ, ਹੁਣ ਉਹ ਕਹਿੰਦੇ ਕਿ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਆਮ ਤੌਰ 'ਤੇ ਕਿਹੋ ਜਿਹੀ ਹੁੰਦੀ ਹੈ? ਲਚਕੀਲੀ ਹੁੰਦੀ ਹੈ,
ਬੇਅੰਤ ਹੁੰਦੀ ਹੈ, ਬਿਲਕੁਲ ਲਚਕੀਲੀ ਹੁੰਦੀ ਹੈ, ਬਿਲਕੁਲ ਨਿਰਪੱਖ ਹੁੰਦੀ ਹੈ। ਇਹ ਹੋ ਜਾਏਗੀ ਆਪਣੀ ਬੇਅੰਤ ਹੁੰਦੀ ਹੈ ਨਾ। ਇਹਦੀ ਸਪਲਾਈ ਤਾਂ ਸਾਨੂੰ ਮੋਸਟਲੀ ਦੇਖਣ ਨੂੰ ਮਿਲਦੀ ਹੈ ਕਿ ਵੱਧਦੀ ਹੀ ਹੁੰਦੀ ਹੈ। ਡਨ। ਚਲੋ ਅਗਲਾ ਕੁਐਸਚਨ ਕਹਿੰਦੇ ਅਰਥ ਸ਼ਾਸਤਰ ਦੇ ਕਿਸ ਰੂਪ ਨਾਲ ਲੇਜ਼ਰ ਸ਼ਬਦ ਜੁੜਿਆ ਜਾਂਦਾ ਹੈ? ਠੀਕ ਹੈ, ਲੇਜ਼ਰ ਸ਼ਬਦ ਜੋੜਿਆ ਜਾਂਦਾ ਹੈ। ਮੈਨੂੰ ਦੱਸ ਸਕਦਾ ਪੂੰਜੀਵਾਦੀ ਆਰਥਿਕਤਾ ਨਾਲ, ਸਮਾਜਵਾਦੀ ਆਰਥਿਕਤਾ ਨਾਲ, ਮਿਕਸਡ ਆਰਥਿਕਤਾ ਨਾਲ, ਕਮਾਂਡ ਆਰਥਿਕਤਾ ਨਾਲ? ਦੱਸੋ। ਇਹਦਾ ਆਨਸਰ ਕੀ ਆ ਜਾਏਗਾ? ਪੂੰਜੀਵਾਦੀ। ਪੂੰਜੀਵਾਦੀ ਨੂੰ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਆ? ਕੈਪੀਟਲਿਸਟ ਇਕੋਨਮੀ। ਠੀਕ ਹੈ, ਜਿੱਥੇ ਕਿਹਦਾ ਕੰਟਰੋਲ ਨਹੀਂ ਹੁੰਦਾ? ਗੌਰਮੈਂਟ ਦਾ ਕੰਟਰੋਲ ਨਹੀਂ ਹੁੰਦਾ। ਸਮਾਜਵਾਦੀ ਮਤਲਬ ਸੋਸ਼ਲਿਸਟ ਇਕੋਨਮੀ। ਠੀਕ ਹੈ, ਕਮਾਂਡ ਇਕੋਨਮੀ ਇੱਕ ਤਰੀਕੇ ਦੀ ਗੌਰਮੈਂਟ ਇਕੋਨਮੀ ਹੀ ਹੁੰਦੀ ਹੈ ਇੱਕ ਤਰੀਕੇ ਦੀ। ਦੈਨ ਮਿਕਸਡ ਇਕੋਨਮੀ ਜਿੱਥੇ ਪੂੰਜੀਵਾਦੀ ਵੀ ਹੋਣਗੇ, ਸਮਾਜਵਾਦੀ ਵੀ ਹੋਏਗੀ। ਸਮਝ ਗਏ? ਕੈਪੀਟਲਿਸਟ ਇਕੋਨਮੀ ਵਿੱਚ ਹਰੇਕ ਦੀ ਆਪਣੀ ਪ੍ਰਾਈਵੇਟ ਪ੍ਰੋਪਰਟੀ ਹੁੰਦੀ ਹੈ। ਸਮਾਜਵਾਦੀ ਜਿਹੜੀ ਇਕੋਨਮੀ ਹੁੰਦੀ ਆ, ਸਾਰਾ ਕੁਝ ਸਰਕਾਰ ਦਾ ਹੁੰਦਾ ਮੋਸਟਲੀ। ਅਤੇ ਮਿਕਸ ਵਿੱਚ ਕੀ ਹੁੰਦਾ? ਕੁਝ ਸਰਕਾਰ ਦਾ, ਕੁਝ ਪ੍ਰਾਈਵੇਟ, ਜੋ ਅੱਜ ਕੱਲ੍ਹ ਆਪਣੇ ਉਰੇ ਦੇਖਣ ਨੂੰ ਮਿਲਦਾ ਇੰਡੀਆ 'ਚ। ਡਨ। ਚਲੋ ਹੁਣ ਅੱਗੇ ਦੇਖੋ, ਅਗਲਾ ਕੁਐਸਚਨ ਦੇਖ ਰਹੇ ਹੋ। ਕਹਿੰਦੇ ਮੁਫਤ ਵਪਾਰ, ਜਿਹੜਾ ਮੁਫਤ ਵਪਾਰ ਉਸਦਾ ਕੀ ਅਰਥ ਹੁੰਦਾ? ਐਸਾ ਵਪਾਰ ਕਿ ਦੋ ਕੰਟਰੀਆਂ ਦੇ ਵਿਚਕਾਰ ਹੋ ਰਿਹਾ ਬਟ ਕੋਈ ਡਿਊਟੀ ਨਹੀਂ ਲੱਗ ਰਹੀ, ਡਿਊਟੀ ਫ੍ਰੀ। ਡਨ। ਕੁਛ ਗੁੱਡਸ ਉੱਪਰ ਡਿਊਟੀ ਨਹੀਂ ਲੱਗੇਗੀ ਅਤੇ ਇਹਨਾਂ ਦੋਨਾਂ ਕੰਟਰੀਆਂ 'ਚ ਵਪਾਰ ਚੱਲੇਗਾ। ਐਸੇ ਵਪਾਰ ਨੂੰ ਆਪਾਂ ਕੀ ਕਹਿੰਦੇ ਹਾਂ? ਮਤਲਬ ਕਿ ਮਾਫ ਕਰਨਾ, ਮੈਂ ਐਕਸਪਲੇਨ ਨਹੀਂ ਕਰਦਾ ਤੁਹਾਨੂੰ ਕਿ ਮੁਫਤ ਵਪਾਰ ਦਾ ਕੀ ਅਰਥ ਹੁੰਦਾ, ਜੋ ਤੁਹਾਨੂੰ ਹੁਣ ਸਮਝਾਇਆ ਹੈ ਨਾ। ਇੱਕ ਦੇਸ਼ ਦੂਜੇ ਦੇਸ਼ ਵਿੱਚ ਮੁਫਤ ਆਵਾਜਾਈ ਹੋਏਗੀ। ਮੋਸਟਲੀ ਇਕਨੋਮਿਕ ਐਕਟੀਵਿਟੀ ਦੀ ਆਵਾਜਾਈ ਹੁੰਦੀ ਹੈ, ਯਾਨੀ ਕਿ ਪ੍ਰੋਡਕਟ ਦੀ ਐਕਟੀਵਿਟੀ ਦੀ ਆਵਾਜਾਈ ਜਿਹੜੀ ਹੁੰਦੀ ਹੈ, ਇੱਕ ਥਾਂ ਜਿਹੜਾ ਦੂਜੇ ਥਾਂ ਪ੍ਰੋਡਕਟ ਜਾਉਂਦਾ, ਉਸ ਦੀ ਹੀ ਗੱਲ ਆਖ ਰਿਹਾ ਮੈਂ। ਮੁਫਤ ਵਪਾਰ ਦਾ ਅਰਥ ਕੀ ਹੈ? ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਮਾਲ ਦੀ ਮੁਫਤ ਆਵਾਜਾਈ। ਸਮਝ ਗਏ? ਤਾਂ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਐਸਾ ਕਿਹੜਾ ਐਗਰੀਮੈਂਟ ਸੀ ਜਿਸ ਵਿੱਚ ਇੰਡੀਆ ਨੇ ਆਪਣੇ ਆਪ ਨੂੰ ਕਿਊਟ ਕਰਤਾ ਅਤੇ ਉਹ ਪਾਰਟੀਸਪੇਟ ਨਹੀਂ ਕਰ ਰਿਹਾ? ਤਾਂ ਉਹ ਐਸਾ ਐਗਰੀਮੈਂਟ ਸੀ ਜਿਸ ਵਿੱਚ ਆਸੀਆਨ ਕੰਟਰੀਜ਼ ਦੇਖਣ ਨੂੰ ਮਿਲ ਰਹੀਆਂ ਸੀ ਅਤੇ ਬਾਕੀ ਕੰਟਰੀਜ਼ ਵੀ ਦੇਖਣ ਨੂੰ, ਟੋਟਲ 15 ਕੰਟਰੀਆਂ ਸੀ ਆਈ ਥਿੰਕ। ਮੈਨੂੰ ਦੱਸ ਸਕਦਾ ਕਿਹੜਾ ਐਗਰੀਮੈਂਟ ਸੀ? ਇਹ ਤੁਹਾਡੇ ਲਈ ਹੋਮਵਰਕ ਹੈ ਨਾ। ਚਲੋ ਹੁਣ ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਕਹਿੰਦੇ ਮਾਲਕ ਦੀਆਂ ਕਬਜ਼ੇ ਵਾਲੀਆਂ ਇਮਾਰਤਾਂ ਦਾ ਪ੍ਰਭਾਵ ਕੁੱਲ ਕਿਰਾਇਆ ਦਾ ਇੱਕ ਹਿੱਸਾ ਹੈ। ਦੱਸੋ ਮੈਨੂੰ, ਇਸ ਨੂੰ ਕੀ ਕਹਿੰਦੇ? ਪੂੰਜੀ ਨਿਰਮਾਣ ਕਹਿੰਦੇ ਆ, ਅੰਤ ਖਪਤ ਕਹਿੰਦੇ ਆ, ਵਿਚਕਾਰਲੇ ਖਪਤ ਕਹਿੰਦੇ ਆ, ਉਪਭੋਗਤਾ ਟਿਕਾਰ ਉਪਲੋਏ, ਪਤਾ ਨਹੀਂ, ਇਹਨੂੰ ਰਹਿਣ ਦਿਓ। ਚਲੋ ਤੁਸੀਂ ਪੂੰਜੀ ਨਿਰਮਾਣ ਕਹਿੰਦੇ ਆ, ਅੰਤਮ ਖਪਤ ਕਹਿੰਦੇ ਆ, ਵਿਚਕਾਰਲੇ ਖਪਤ ਕਹਿੰਦੇ ਆ। ਇਹਨੂੰ ਆਪਾਂ ਅੰਤਮ ਖਪਤ ਕਹਿੰਦੇ ਆ। ਡਨ। ਇਹਦਾ ਆਨਸਰ ਕੀ ਆ ਜਾਏਗਾ? ਬੀ ਆਪਸ਼ਨ। ਅਗਲਾ ਕੁਐਸਚਨ, ਖਰੀਦ ਸ਼ਕਤੀ, ਸ਼ਕਤੀ ਪੈਰਿਟੀ ਨਾਲ ਸੰਬੰਧਿਤ ਹੈ। ਤਾਂ ਮੈਨੂੰ ਦੱਸ ਸਕਦਾ ਕਿਸ ਨੂੰ ਆਪਾਂ ਕਹਿਣਾ ਚਾਹ ਰਹੇ ਹਾਂ? ਖਰੀਦ ਸ਼ਕਤੀ ਸ਼ਕਤੀ ਪੈਰਿਟੀ ਨਾਲ ਸੰਬੰਧਿਤ ਹੈ। ਕਿਵੇਂ ਮਤਲਬ? ਵਿਆਜ ਦਰ ਦੇ ਨਾਲ, ਬੈਂਕ ਰੇਟ ਨਾਲ, ਦਿਹਾੜੀ ਦਰ ਨਾਲ, ਐਕਸਚੇਂਜ ਰੇਟ ਨਾਲ? ਇਹਦਾ ਆਨਸਰ ਆ ਜਾਏਗਾ ਆਪਣਾ ਐਕਸਚੇਂਜ ਰੇਟ ਨਾਲ। ਡਨ। ਓਕੇ। ਸਮਝਣਾ ਕੀ ਹੈ ਇਸ ਵਿੱਚ ਸਾਫ਼ ਚੀਜ਼ ਇਹ ਕਹੀ ਗਈ ਹੈ ਕਿ ਜਿਹੜਾ ਆਪਣਾ ਪਰਚੇਸਿੰਗ ਪਾਵਰਟੀ ਹੈ, ਠੀਕ ਹੈ, ਆਪਾਂ ਨੂੰ ਜਿਹੜੀ ਪਰਚੇਸਿੰਗ ਪਾਵਰ ਹੈ ਉਹ ਕਿਹਦੇ ਨਾਲ? ਐਕਸਚੇਂਜ ਰੇਟ। ਕਿ ਐਕਸਚੇਂਜ ਰੇਟ ਕੀ ਚੱਲ ਰਿਹਾ ਆਪਣਾ? ਪਰਚੇਸਿੰਗ ਪਾਵਰ ਦਾ ਐਕਸਚੇਂਜ ਰੇਟ ਨਾਲ ਕਿਵੇਂ? ਮਤਲਬ ਕਿ ਆਪਣਾ ਰੁਪਇਆ ਡਾਲਰ ਦੇ ਮੁਕਾਬਲੇ ਕਿੰਨਾ, ਡਾਲਰ ਕਿੰਨਾ ਆਪਣੇ ਰੁਪਏ ਦੇ ਮੁਕਾਬਲੇ। ਇਹ ਜਿਹੜਾ ਐਕਸਚੇਂਜ ਰੇਟ ਹੈ ਉਹ ਚੀਜ਼ ਦੇਖੀ ਜਾਂਦੀ ਸੀ। ਖਰੀਦ ਸ਼ਕਤੀ ਸ਼ਕਤੀ ਪੈਰਿਟੀ ਨਾਲ ਸੰਬੰਧਿਤ ਹੈ। ਕਿਵੇਂ ਸੰਬੰਧਿਤ ਹੈ? ਐਕਸਚੇਂਜ ਰੇਟ ਕਰਕੇ ਸੰਬੰਧਿਤ ਹੈ। ਠੀਕ ਹੈ, ਓਕੇ। ਚਲੋ ਉਹੀ ਗੱਲ ਆਖੀ ਹੋਈ ਹੈ ਨਾ ਉਰੇ। ਅਗਲਾ ਕੁਐਸਚਨ, ਇੱਕ ਵਸਤੂ ਤੇ ਆਬਾਕਾਰੀ ਡਿਊਟੀ ਉਸਦੇ ਡੈਸ਼ ਸੰਦਰਭ ਨਾਲ ਭੁਗਤਾਨਯੋਗ ਹੁੰਦੀ ਹੈ। ਮੈਨੂੰ ਦੱਸ ਸਕਦਾ ਉਤਪਾਦਨ ਹੋ ਜਾਏਗਾ, ਉਤਪਾਦਨ ਤੇ ਵਿਕਰੀ ਹੋ ਜਾਏਗੀ, ਉਤਪਾਦਨ ਤੇ ਆਵਾਜਾਈ ਹੋ ਜਾਏਗੀ, ਉਤਪਾਦਨ ਆਵਾਜਾਈ ਤੇ ਵਿਕਰੀ ਹੋ ਜਾਏਗੀ। ਕਹਿੰਦੇ ਜਿਹੜੀ ਆਬਾਕਾਰੀ ਡਿਊਟੀ ਲੱਗਦੀ ਹੈ ਇੱਕ ਵਸਤੂ ਉੱਪਰ, ਜਿਹੜੀ ਆਬਾਕਾਰੀ ਡਿਊਟੀ ਉੱਪਰ ਹੁੰਦੀ ਹੈ ਉਸਦੇ ਡੈਸ਼ ਸੰਦਰਭ ਦੇ ਨਾਲ ਭੁਗਤਾਨਯੋਗ ਹੁੰਦੀ ਹੈ। ਕਿਹੜੇ ਸੰਦਰਭ ਦੇ? ਉਤਪਾਦਨ, ਉਤਪਾਦਨ ਤੇ ਵਿਕਰੀ, ਉਤਪਾਦਨ ਤੇ ਆਵਾਜਾਈ, ਉਤਪਾਦਨ ਆਵਾਜਾਈ ਤੇ ਵਿਕਰੀ। ਇਹਦਾ ਆਨਸਰ ਆ ਜਾਏਗਾ ਆਪਣਾ ਇਹ ਆਪਸ਼ਨ। ਠੀਕ ਹੈ, ਉਤਪਾਦਨ ਦੇ ਸੰਦਰਭ ਨਾਲ ਹੀ ਇਹਦੀ ਭੁਗਤਾਨ ਦੀ ਯੋਗ ਹੁੰਦੀ ਹੈ। ਡਨ, ਓਕੇ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਅਰਥ ਸ਼ਾਸਤਰ ਵਿੱਚ ਗਿਆਨ, ਤਕਨੀਕੀ ਹੁਨਰ, ਸਿੱਖਿਆ ਆਦਿ ਨੂੰ ਡੈਸ਼ ਕਿਹਾ ਜਾਂਦਾ ਹੈ। ਸਪੋਜ਼ ਕਰੋ ਇਹ ਕਹਿਣਾ ਚਾਹ ਰਹੇ ਨੇ ਇਕਨੋਮਿਕਸ ਵਿੱਚ ਜਦੋਂ ਆਪਾਂ ਨੌਲੇਜ ਦੀ ਗੱਲ ਆਖਦੇ ਹਾਂ, ਟੈਕਨੋਲੋਜੀ ਸਕਿੱਲ ਦੀ ਗੱਲ ਆਖਦੇ ਹਾਂ, ਹੈ ਨਾ, ਅਤੇ ਐਜੂਕੇਸ਼ਨ ਦੀ ਗੱਲ ਆਖਦੇ ਹਾਂ,
ਜਾਂ ਲਰਨਿੰਗ ਕਹਿ ਲਓ, ਸਿੱਖਿਆ ਲਰਨਿੰਗ ਹੋ ਗਿਆ, ਲਰਨਿੰਗ ਨੂੰ ਆਖਦੇ, ਉਸਨੂੰ ਆਪਾਂ ਇਕਨੋਮਿਕ ਵਿੱਚ ਕੀ ਆਖਦੇ ਹਾਂ ਉਹ ਇਹ ਪੁੱਛ ਰਿਹਾ। ਮਨੁੱਖੀ ਪੂੰਜੀ ਆਖਦੇ ਹਾਂ, ਕਾਰਜਸ਼ੀਲ ਪੂੰਜੀ ਆਖਦੇ ਹਾਂ, ਠੋਸ ਭੌਤਿਕ ਪੂੰਜੀ ਆਖਦੇ ਹਾਂ, ਜਾਂ ਸਮਾਜਿਕ ਉੱਪਰਲੀ ਪੂੰਜੀ ਆਖਦੇ ਹਾਂ। ਇਹਦਾ ਆਨਸਰ ਆ ਜਾਏਗਾ ਆਪਣਾ ਮਨੁੱਖੀ ਪੂੰਜੀ ਆਖਦੇ ਹਾਂ। ਕੀ ਆਖਦੇ ਹਾਂ? ਮਨੁੱਖੀ ਪੂੰਜੀ ਆਖਦੇ ਹਾਂ। ਚਲੋ ਉਸ ਤੋਂ ਬਾਅਦ ਅੱਗੇ ਦੇਖੋ, ਇੱਕ ਉਦਮੀ ਦਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਇੱਕ ਉਦਮੀ ਦਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਨਿਰੀਖਣ ਕਰਨਾ, ਪ੍ਰਬੰਧਨ, ਮਾਰਕੀਟਿੰਗ, ਜੋਖਿਮ ਸਹਾਰਨਾ। ਇਹਦਾ ਆਨਸਰ ਆ ਜਾਏਗਾ ਆਪਣਾ ਕੀ ਕਰਨਾ? ਜੋਖਿਮ ਸਹਿਣਾ, ਰਿਸਕ ਲੈਣਾ, ਹੈ ਨਾ। ਰਿਸਕ ਲੈਣਾ ਪਏਗਾ ਤਾਂ ਹੀ ਤੁਸੀਂ ਬਾਕੀ ਚੀਜ਼ਾਂ ਨੂੰ ਇਨਵੋਲਵਮੈਂਟ ਕਰਵਾ ਪਾਓਗੇ। ਡਨ। ਚਲੋ ਕਹਿੰਦੇ ਬੈਂਕ ਰੇਟ ਉਸ ਵਿਆਜ ਦਰ ਨੂੰ ਦਰਸਾਉਂਦਾ ਹੈ ਜਿਸ 'ਤੇ ਵਪਾਰਕ ਬੈਂਕ ਜਨਤਾ ਤੋਂ ਜਮ੍ਹਾਂ ਰਾਸ਼ੀ ਪ੍ਰਾਪਤ ਕਰਦੇ ਹਨ। ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਕਰਜ਼ੇ ਦਿੰਦਾ ਹੈ। ਸਰਕਾਰੀ ਕਰਜ਼ੇ ਸ਼ੁਰੂ ਕੀਤੇ ਗਏ ਹਨ। ਵਪਾਰੀ ਬੈਂਕ ਆਪਣੇ ਗ੍ਰਾਹਕਾਂ ਨੂੰ ਰਿਣ ਪ੍ਰਦਾਨ ਕਰਦੇ ਹਨ। ਕਹਿਣ ਦਾ ਭਾਵ ਜਿਹੜਾ ਬੈਂਕ ਰੇਟ ਹੈ ਉਹ ਕਿਸ ਵਿਆਜ ਦਰ ਨੂੰ ਦਰਸਾਉਂਦਾ ਹੈ? ਦੱਸ ਸਕਦਾ ਕੋਈ? ਇਹਦਾ ਆਨਸਰ ਆ ਜਾਏਗਾ ਆਪਣਾ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਜਿਸ ਦੇ ਆਧਾਰ 'ਤੇ ਕਰਜ਼ੇ ਦਿੰਦੇ ਹਨ। ਠੀਕ ਹੈ, ਜਿਸ ਦੇ ਆਧਾਰ 'ਤੇ ਕਰਜ਼ੇ ਦਿੰਦੇ ਹਨ ਉਸ ਨੂੰ ਆਪਾਂ ਬੈਂਕ ਰੇਟ ਦਾ ਉਹੀ ਵਿਆਜ ਰੇਟ ਆਖਿਆ ਜਾਂਦਾ ਹੈ ਜੋ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਜਿਸ ਰੇਟ ਦੇ ਆਧਾਰ 'ਤੇ ਕਰਜ਼ਾ ਦਿੰਦਾ ਹੈ। ਡਨ। ਸੋ ਬੀ ਆਪਸ਼ਨ ਲੱਗ ਜਾਏਗਾ। ਡਨ। ਵਪਾਰਕ ਬੈਂਕ ਕਿਹੜੇ ਹੋ ਗਏ ਮੈਨੂੰ ਦੱਸ ਸਕਦਾ ਕੋਈ? ਇੰਗਲਿਸ਼ 'ਚ ਕਿਹਨੂੰ ਕਹਿੰਦੇ ਆਪਾਂ ਵਪਾਰਕ ਬੈਂਕ? ਕਮਰਸ਼ੀਅਲ ਬੈਂਕ। ਡਨ। ਤੇ ਇਹ ਜਿਹੜਾ ਬੈਂਕ ਰੇਟ ਹੁੰਦਾ ਇਹ ਪਰਮਾਨੈਂਟ ਹੁੰਦਾ, ਮੋਸਟਲੀ ਲੋਂਗਰ ਪੀਰੀਅਡ ਲਈ ਹੁੰਦਾ। ਪਰਮਾਨੈਂਟ ਮਤਲਬ ਲੋਂਗਰ ਪੀਰੀਅਡ ਲਈ ਹੁੰਦਾ। ਪਰਮਾਨੈਂਟ ਚਲੋ ਕੋਈ ਸਹੀ ਰੇਟ ਨਾ ਹੋਇਆ, ਲੋਂਗਰ ਪੀਰੀਅਡ ਹੁੰਦਾ। ਰੈਪੋ ਰੇਟ ਜਿਹੜਾ ਹੁੰਦਾ ਉਹ ਟੈਂਪਰੇਰੀ ਬੇਸਿਸ 'ਤੇ ਹੁੰਦਾ, ਤਾਂ ਹੀ ਤਾਂ ਪਾਲਿਸੀ ਆਧਾਰ 'ਤੇ ਚੇਂਜ ਹੁੰਦਾ ਰਹਿੰਦਾ ਹੈ ਨਾ। ਰੈਪੋ ਰੇਟ ਹੀ ਆਪਣੀ ਕੀ ਕਰਦਾ ਹੈ? ਮਹਿੰਗਾਈ ਨੂੰ ਸੁਧਾਰਨ ਅਤੇ ਵਿਗਾੜਨ ਵਿੱਚ ਮੇਨ ਭੂਮਿਕਾ ਨਿਭਾਉਂਦਾ। ਪੰਜਾਬੀ 'ਚ ਇਸ ਤਰੀਕੇ ਨਾਲ ਸਮਝਾ ਪਾਵਾਂਗਾ ਤੁਹਾਨੂੰ। ਡਨ। ਚਲੋ ਅਗਲਾ ਕੁਐਸਚਨ, ਉਹ ਸਾਰੇ ਮਾਲ ਜੋ ਦੁਰਲਭ ਅਤੇ ਸਪਲਾਈ ਵਿੱਚ ਘੱਟ ਹਨ ਉਹਨੂੰ ਆਪਾਂ ਕੀ ਕਹਿੰਦੇ ਹਾਂ? ਲਗਜ਼ਰੀ ਸਮਾਨ ਕਹਿੰਦੇ ਹਾਂ, ਪੂੰਜੀ ਸਮਾਨ ਕਹਿੰਦੇ ਹਾਂ, ਮਹਿੰਗੇ ਸਮਾਨ ਕਹਿੰਦੇ ਹਾਂ, ਆਰਥਿਕ ਚੀਜ਼ਾਂ ਕਹਿੰਦੇ ਹਾਂ। ਕੋਈ ਦੱਸ ਸਕਦਾ ਮੈਨੂੰ? ਉਹ ਸਾਰੇ ਮਾਲ, ਠੀਕ ਹੈ, ਗੁਡਸ ਦੀ ਗੱਲ ਆਖ ਰਿਹਾ। ਠੀਕ ਹੈ, ਅਕਾਊਂਟ 'ਚ ਕੀ ਕਹਿੰਦੇ ਆਪਾਂ ਇਹਨਾਂ ਨੂੰ? ਗੁਡਸ ਕਹਿੰਦੇ ਹਾਂ। ਜੋ ਦੁਰਲਭ ਅਤੇ ਸਪਲਾਈ ਵਿੱਚ ਘੱਟ ਹਨ ਉਹਨਾਂ ਨੂੰ ਆਪਾਂ ਲਗਜ਼ਰੀ ਸਮਾਨ ਕਹਿ ਦਿੰਦੇ ਹਾਂ, ਮਹਿੰਗੇ ਕਹਿੰਦੇ ਹਾਂ, ਪੂੰਜੀ ਕਹਿੰਦੇ ਹਾਂ, ਆਰਥਿਕ ਚੀਜ਼ਾਂ ਕਹਿੰਦੇ ਹਾਂ। ਐਸੀ ਚੀਜ਼ਾਂ ਨੂੰ ਆਪਾਂ ਆਰਥਿਕ ਚੀਜ਼ਾਂ ਆਖਿਆ ਜਾਂਦਾ। ਠੀਕ ਹੈ, ਆਰਥਿਕ ਚੀਜ਼ਾਂ ਨੂੰ ਆਪਾਂ ਆਰਥਿਕ ਚੀਜ਼ਾਂ ਆਖਿਆ ਜਾਂਦਾ। ਡਨ। ਓਕੇ। ਡਨ। ਜਿਵੇਂ ਸਪੋਜ਼ ਕਰੋ ਇਹਦੀ ਐਗਜ਼ਾਮਪਲ ਆਪਾਂ ਇੱਕ ਸੇਬ ਨਾਲ ਜੋੜ ਦੋ। ਦੇਖੋ ਕਹਿੰਦੇ ਉਦਾਹਰਣ ਦੇ ਲਈ ਅਸੀਂ ਇੱਕ ਰੁੱਖ ਤੋਂ ਸੇਬ ਚੁਣਦੇ ਹਾਂ ਤਾਂ ਇਸ ਦਾ ਅਰਥ ਹੈ ਕਿ ਦੂਸਰੇ ਲੋਕ ਉਹਨਾਂ ਦਾ ਆਨੰਦ ਨਹੀਂ ਲੈ ਸਕਣਗੇ। ਜੇ ਅਸੀਂ ਸੋਨੇ ਦੀ ਮਾਈਨਿੰਗ ਲਈ ਸਰੋਤ ਅਰਪਿਤ ਕਰਦੇ ਹਾਂ ਤਾਂ ਮੌਕਾ ਲਾਗਤ ਹੈ ਇਹ ਹੈ ਕਿ ਅਸੀਂ ਇਸ ਵਾਰ ਅਤੇ ਸਮਰਥੀ ਨਹੀਂ ਕਰ ਸਕਦੇ ਕਿ ਵੱਧ ਰਹੀ ਮੱਕੀ ਦੀ ਕੋਸ਼ਿਸ਼। ਲੇਕਿਨ ਮਤਲਬ ਕਿ ਕਹਿਣ ਦਾ ਭਾਵ ਇਹ ਹੋ ਗਿਆ ਕਿ ਐਸੀ ਚੀਜ਼ਾਂ ਜਿਸ ਦਾ ਮਤਲਬ ਐਸੀ ਆਰਥਿਕ ਚੀਜ਼ਾਂ ਜਿਸ ਦਾ ਆਧਾਰ ਕੋਈ ਇੱਕ ਪਰਟੀਕੂਲਰ ਮਤਲਬ ਫੀਲਡ ਨਾਲ ਰਿਲੇਟਿਡ ਹੈ ਜਾਂ ਪਰਟੀਕੂਲਰ ਐਸੀ ਮਤਲਬ ਗਰੁੱਪ ਨਾਲ ਰਿਲੇਟਿਡ ਹੈ ਜਿਸ ਦਾ ਜਿਹੜਾ ਆਨੰਦ ਹੈ ਉਹ ਬਾਕੀ ਸ਼ਾਇਦ ਉਨਾ ਨਹੀਂ ਮਾਣ ਪਾਉਣਗੇ ਜਿੰਨਾ ਉਹ ਮਾਣ ਪਾਏਗਾ, ਹੈ ਨਾ। ਜਿਵੇਂ ਸੇਬ, ਜਿਵੇਂ ਇੱਕ ਪਰਸਨ ਨੇ ਸੇਬ ਰੁੱਖ ਤੋਂ ਲਿੱਤਾ ਜਾਂ ਇੱਕ ਘਰ ਦੇ ਕੋਲ ਸੇਬ ਲੱਗਿਆ ਹੋਇਆ, ਉਸ ਦਾ ਮੋਸਟਲੀ ਉਸੀ ਆਸੇ ਪਾਸੇ ਦੇ ਲੋਕੀ ਉਸਥੇ ਦੇ ਸੇਬ ਯੂਜ਼ ਕਰਦੇ ਹੋਣ। ਬਾਕੀ ਲੋਕ ਜਿਹੜੇ ਬਾਹਰੋਂ ਆ ਰਹੇ ਉਹਨਾਂ ਨੂੰ ਉਨਾ ਫਾਇਦਾ ਨਹੀਂ ਮਿਲ ਪਾਏਗਾ। ਜਿਵੇਂ ਸਪੋਜ਼ ਕਰੋ ਮੈਂ ਤੁਹਾਨੂੰ ਕਿਵੇਂ ਸਮਝਾਵਾਂ, ਅਨਾਰ ਹੈ। ਅਨਾਰ ਪਾਕਿਸਤਾਨ 'ਚ ਨਾ ਮਤਲਬ ਇਸ ਤਰ੍ਹਾਂ ਮਿਲਦਾ ਹੈ ਜਿਵੇਂ ਛਬੀਲ ਵੰਡ ਰਹੇ ਹੁੰਦੇ ਆਪਾਂ। ਤੁਹਾਨੂੰ ਪਤਾ ਇਸ ਚੀਜ਼ ਦਾ? ਆਪਣੇ ਉਹਦੇ ਇੰਨਾ ਮਹਿੰਗਾ ਹੈ। ਸਮਝ ਗਏ? ਚਲੋ ਹੇਠ ਲਿਖੇ ਵਿੱਚੋਂ ਕਿਹੜਾ ਆਰਥਿਕ ਵਿਕਾਸ ਦਾ ਵਧੀਆ ਮਾਪ ਹੈ? ਮਤਲਬ ਕਿ ਜੇ ਆਪਾਂ ਨੇ ਆਪਣੀ ਆਰਥਿਕ ਵਿਕਾਸ ਨੂੰ ਦੇਖਣਾ ਹੋਵੇ ਕਿਸ ਤਰ੍ਹਾਂ ਵਿਕਾਸ ਹੋ ਰਿਹਾ, ਉਹਦੇ ਲਈ ਆਪਾਂ ਮੈਜ਼ਰਮੈਂਟ ਕਰਦੇ ਹਾਂ ਨਾ, ਅਲੱਗ-ਅਲੱਗ ਕੈਲਕੂਲੇਸ਼ਨਸ ਕਰਦੇ ਹਾਂ, ਤਾਂ ਇਹਨਾਂ 'ਚੋਂ ਕਿਹੜਾ ਐਸਾ ਮਾਪ ਹੈ, ਕਿਹੜਾ ਐਸਾ ਮੈਜ਼ਰ ਹੈ ਕਿ ਸਭ ਤੋਂ ਬੈਸਟ ਹੈ? GDP ਦਾ, NNP ਦਾ, ਡਿਸਪੋਜ਼ਲ ਆਮਦਨ ਨਾਲ ਸਾਨੂੰ ਅੱਛੇ ਤਰੀਕੇ ਨਾਲ ਪਤਾ ਲੱਗਦਾ ਕਿ ਸਾਡੀ ਆਰਥਿਕ ਵਿਕਾਸ ਹੋ ਰਹੀ ਹੈ ਨਹੀਂ ਹੋ ਰਹੀ, ਪ੍ਰਤੀ ਵਿਅਕਤੀ ਆਮਦਨ ਨਾਲ। ਇਹਦਾ ਆਨਸਰ ਆ ਜਾਏਗਾ ਆਪਣਾ ਪ੍ਰਤੀ ਵਿਅਕਤੀ ਆਮਦਨ। ਠੀਕ ਹੈ, ਡੀ ਆਪਸ਼ਨ ਆ ਜਾਏਗਾ। ਡਨ। ਓਕੇ। ਠੀਕ ਹੈ, ਤੁਸੀਂ ਮੈਨੂੰ ਦੱਸ ਸਕਦੇ ਹੋ ਪ੍ਰਤੀ ਵਿਅਕਤੀ ਆਮਦਨ ਕਿਵੇਂ ਕੱਢੀ ਦਾ ਆਪਾਂ ਨੇ? ਪਰ ਕੈਪੀਟਲ ਇਨਕਮ ਕਿਵੇਂ ਕੱਢੀ ਦੀ ਆਪਾਂ ਨੇ? ਦੱਸੋ। ਦੋ ਚੀਜ਼ਾਂ ਨਾਲ ਕੱਢੀ ਦੀ ਹੈ, ਨੈਸ਼ਨਲ ਇਨਕਮ ਤੇ ਟੋਟਲ ਪਾਪੂਲੇਸ਼ਨ। ਠੀਕ ਹੈ, ਨੈਸ਼ਨਲ ਇਨਕਮ ਤੇ ਟੋਟਲ ਪਾਪੂਲੇਸ਼ਨ, ਉਹਦੇ ਨਾਲ ਤੁਹਾਡੀ ਕੀ ਨਿਕਲ ਆਉਂਦੀ ਹੈ? ਪ੍ਰਤੀ ਵਿਅਕਤੀ ਆਮਦਨ। ਇਸ ਦੇ ਨਾਲ ਆਪਾਂ ਇਹ ਜਾਣ ਸਕਦੇ ਹਾਂ ਕਿ ਆਪਣਾ ਆਰਥਿਕ ਵਿਕਾਸ ਕਿੰਨਾ ਹੋਇਆ। ਡਨ। ਚਲੋ ਵਿਦੇਸ਼ੀ ਮੁਦਰਾ ਜਿਸ ਵਿੱਚ ਤੁਰੰਤ ਪ੍ਰਵਾਸ ਦੀ ਪ੍ਰਵਿਰਤੀ ਹੁੰਦੀ ਹੈ ਉਸ ਨੂੰ ਡੈਸ਼ ਆਖਦੇ ਹਨ।
ਦੱਸੋ, ਦਾਗ ਮੁਦਰਾ ਆਖਦੇ ਹਾਂ, ਨਰਮ ਮੁਦਰਾ ਆਖਦੇ ਹਾਂ, ਸੋਨੇ ਦੀ ਮੁਦਰਾ ਆਖਦੇ ਹਾਂ, ਗਰਮ ਮੁਦਰਾ ਆਖਦੇ ਹਾਂ। ਉਹਨੂੰ ਆਪਾਂ ਹੋਟ ਮੁਦਰਾ ਆਖਦੇ, ਇਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ, ਹੋਟ ਮੁਦਰਾ। ਡਨ। ਕਹਿੰਦੇ ਕਿ ਜਿਹੜੀ ਹੋਟ ਮੁਦਰਾ ਹੁੰਦੀ ਹੈ ਉਹ ਕੀ ਹੁੰਦੀ ਹੈ, ਐਸਾ ਸੰਕੇਤ ਦਿੰਦੀ ਹੈ ਜੋ ਨਿਵੇਸ਼ਕ ਦੁਆਰਾ ਨਿਰੰਤਰ ਹੁੰਦੇ ਹਨ, ਜੋ ਸਰਗਰਮੀ ਨਾਲ ਥੋੜ੍ਹੇ ਸਮੇਂ ਦੇ ਰਿਟਰਨ ਦੀ ਮੰਗ ਕਰਦੇ ਹਨ ਅਤੇ ਨਿਵੇਸ਼ਕ ਥੋੜ੍ਹੇ ਸਮੇਂ ਦੇ ਉੱਚ ਵਿਆਜ ਦਾ ਦਰ ਵਾਲੇ ਨਿਵੇਸ਼ ਦਾ ਮੌਕਿਆਂ ਦੇ ਲਈ ਮਾਰਕੀਟ ਨੂੰ ਸਕੈਨ ਕਰਦੇ ਹਨ। ਇਹ ਆਮ ਤੌਰ 'ਤੇ ਥੋੜ੍ਹੇ ਸਮੇਂ ਦਾ ਨਿਵੇਸ਼ ਦਾ ਮੌਕਾ ਜੋ ਅਕਸਰ ਗਰਮ ਤੁਹਾਨੂੰ ਆਕਰਸ਼ਿਤ ਕਰਦਾ ਹੈ ਅਤੇ ਇਸ ਦਾ ਪ੍ਰਮਾਣ ਪੱਤਰ ਹੈ। ਕਹਿੰਦੇ ਐਸੀ ਮੁਦਰਾ ਜੋ ਥੋੜ੍ਹੇ ਸਮੇਂ ਲਈ ਸਾਨੂੰ ਅੱਛਾ ਰਿਟਰਨ ਪ੍ਰੋਵਾਈਡ ਕਰਦੇ, ਠੀਕ ਹੈ, ਉਸ ਨੂੰ ਕਹਿੰਦੇ ਆਪਾਂ ਗਰਮ ਮੁਦਰਾ। ਇਸ 'ਚੋਂ ਸਾਰਿਆਂ ਦਾ ਮੀਨਿੰਗ ਇਹੀ ਹੈ ਨਾ। ਚਲੋ ਅਗਲਾ ਕੁਐਸਚਨ, ਭਾਰਤ ਵਿੱਚ ਲੁਕੀ ਹੋਈ ਬੇਰੁਜ਼ਗਾਰੀ ਆਮ ਤੌਰ 'ਤੇ ਡੈਸ਼ ਵੇਖੀ ਜਾਂਦੀ ਹੈ, ਖੇਤੀਬਾੜੀ ਵਿੱਚ, ਸੇਵਾ ਖੇਤਰ ਵਿੱਚ, ਫੈਕਟਰੀ ਸੈਕਟਰ ਵਿੱਚ, ਇਹ ਸਾਰੇ। ਮਤਲਬ ਲੁਕੀ ਹੋਈ ਬੇਰੁਜ਼ਗਾਰੀ ਦਾ ਕੀ ਮਤਲਬ ਹੋ ਗਿਆ ਕਿ ਐਸੀ ਸਾਨੂੰ ਕੰਮ ਮਿਲਿਆ ਹੋਇਆ ਜਿਸ ਦਾ ਪ੍ਰੋਡਕਟਿਵਿਟੀ ਜ਼ੀਰੋ ਹੈ ਮਗਰ ਸਾਨੂੰ ਲੱਗ ਰਿਹਾ ਕਿ ਕੰਮ ਹੋ ਰਿਹਾ। ਉਹ ਕਿਹੜੀ ਬੇਰੁਜ਼ਗਾਰੀ ਹੁੰਦੀ ਹੈ, ਲੁਕੀ ਹੋਈ ਬੇਰੁਜ਼ਗਾਰੀ। ਦੇਖਣ ਨਹੀਂ ਲੱਗੇਗਾ ਰੁਜ਼ਗਾਰ ਹੈ ਮਗਰ ਰਿਐਲਿਟੀ ਵਿੱਚ ਐਸਾ ਕੋਈ ਰੁਜ਼ਗਾਰ ਨਹੀਂ। ਸਪੋਜ਼ ਕਰੋ ਕੋਈ ਦੁਕਾਨ ਸੀ ਅਤੇ ਉਸ ਦੁਕਾਨ 'ਤੇ 4 ਬੰਦੇ ਕੰਮ ਕਰਦੇ ਸੀ, ਲੋੜ ਕਿੰਨੀ ਸੀ, ਸਿਰਫ 2 ਬੰਦਿਆਂ ਦੀ। 2 ਬੰਦੇ ਕੀ ਕਰ ਰਹੇ ਨੇ, ਵੈਸੇ ਹੀ ਉੱਥੇ ਥੋੜ੍ਹਾ ਬਹੁਤਾ ਕੰਮ ਕਰ ਰਹੇ ਨੇ, ਪ੍ਰੋਡਕਟਿਵਿਟੀ ਸਾਡੀ ਜ਼ੀਰੋ ਨਿਕਲ ਕੇ ਆ ਰਹੀ ਆ, ਉਨਾ ਕੰਮ ਰਿਟਰਨ ਨਹੀਂ ਆ ਰਿਹਾ, ਜਿਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਉਹ 2 ਬੰਦੇ ਲੁਕੇ ਹੋਏ ਬੇਰੁਜ਼ਗਾਰ ਨੇ। ਤਾਂ ਇਹ ਸਭ ਮੋਸਟਲੀ ਸਾਨੂੰ ਇਕਨੋਮਿਕ ਵਿੱਚ ਕਿਸ ਸੈਕਟਰ 'ਚ ਦੇਖਣ ਨੂੰ ਮਿਲਦਾ, ਇਹ ਸਾਨੂੰ ਦੇਖਣ ਨੂੰ ਮਿਲਦਾ ਹੈ ਖੇਤੀਬਾੜੀ ਸੈਕਟਰ ਵਿੱਚ, ਠੀਕ ਹੈ। ਉੱਥੇ ਕੀ ਹੈ, ਲੇਬਰ ਸਰਪਲਸ ਹੈ ਨਾ, ਮਗਰ ਪ੍ਰੋਡਕਟਿਵਿਟੀ ਜ਼ੀਰੋ ਹੈ। ਡਨ, ਓਕੇ। ਚਲੋ ਹੁਣ ਅਗਲਾ ਕੁਐਸਚਨ ਦੇਖੋ, ਕਹਿੰਦਾ ਸਪਲਾਈ ਜਿਹੜੀ ਹੈ ਆਪਣਾ ਮੰਗ ਆਪ ਬਣਾਉਂਦੀ ਹੈ। ਸਪਲਾਈ ਆਪਣੀ ਜਿਹੜੀ ਮੰਗ ਹੈ ਨਾ, ਮਤਲਬ ਕਿ ਇੱਕ ਤਰੀਕੇ ਨਾਲ ਫੋਰਸ 'ਚ ਲਿਆਉਣੀ ਮੰਗ ਨੂੰ, ਕਿ ਸਪਲਾਈ ਨੂੰ ਫੋਰਸ 'ਚ ਲਿਆਉਣ ਦੀ ਉਹ ਆਪੇ ਹੀ ਕੰਮ ਕਰਦੀ ਹੈ। ਇਹ ਕਿਸ ਨੇ ਕਿਹਾ ਸੀ, ਕਿਸ ਐਸੇ ਐਜੂਕੇਸ਼ਨ ਨੇ, ਹੈ ਨਾ, ਕਿਸ ਐਸੇ ਸਕੋਲਰ ਨੇ ਕਿਹਾ ਸੀ, ਕਿਸ ਐਸੇ ਇਕਨੋਮਿਕ ਸਕੋਲਰ ਨੇ ਕਿਹਾ ਸੀ ਕਿ ਜਿਹੜੀ ਸਪਲਾਈ ਹੈ ਆਪਣਾ ਮੰਗ ਆਪ ਬਣਾਉਂਦੀ ਹੈ। JBC ਨੇ, JS ਮਿਲ ਨੇ, JM ਕੇਨਸ ਨੇ, ਸੀਨੀਅਰ ਨੇ। ਇਹਦਾ ਆਨਸਰ ਆ ਜਾਏਗਾ ਆਪਣਾ JBC ਨੇ, ਠੀਕ ਹੈ, JBC ਨੇ ਕਿਹਾ ਸੀ। ਉਸ ਤੋਂ ਬਾਅਦ ਅੱਗੇ ਆਪਾਂ ਹੁਣ ਅੱਗੇ ਦੇਖੋ, ਹੁਣ ਕਹਿੰਦੇ ਜਿਹੜੇ ਕੱਚੇ ਪਦਾਰਥ ਹੁੰਦੇ ਆ, ਕੱਚੇ ਪਦਾਰਥ ਸਮਝਦੇ ਹੋ ਨਾ, ਹੈ ਨਾ, ਇਹਨਾਂ ਵਿੱਚ ਕਿਹੜਾ ਉਦਯੋਗ ਦਾ ਵਰਗੀਕਰਨ ਕੀਤਾ ਹੋਇਆ। ਕੱਚੇ ਪਦਾਰਥ ਦੇ ਆਧਾਰ 'ਤੇ ਸਾਨੂੰ ਇਹਨਾਂ 'ਚ ਕਿਹੜੀ ਚੀਜ਼ਾਂ ਜਿਹੜੀਆਂ ਕੱਚੇ ਪਦਾਰਥ ਦੇ ਆਧਾਰ 'ਤੇ ਨਿਕਲ ਕੇ ਸਾਹਮਣੇ ਆਉਂਦੀਆਂ, ਮੈਨੂੰ ਦੱਸ ਸਕਦਾ। ਜਿਵੇਂ ਸਪੋਜ਼ ਕਰ ਲਓ ਮੈਂ ਤੁਹਾਨੂੰ ਦੱਸਾਂ, ਫੋਰ ਐਗਜ਼ਾਮਪਲ ਐਗਰੀਕਲਚਰ ਇੰਡਸਟਰੀ ਹੈ ਨਾ, ਉਸ ਵਿੱਚ ਕੁਝ ਐਸੀ ਚੀਜ਼ਾਂ ਜਿਸ ਦਾ ਮਤਲਬ ਟਾਈਮਲੀ ਉਸ ਨੂੰ ਕਨਵਰਟ ਕਰਨਾ ਜ਼ਰੂਰੀ ਹੁੰਦਾ ਹੈ। ਫਲ ਸਬਜ਼ੀਆਂ ਹੋ ਗਈਆਂ, ਜਿਵੇਂ ਉਹਨੂੰ ਆਪਾਂ ਐਗਰੋ ਪ੍ਰੋਸੈਸ 'ਚ ਲਿਆਉਣਾ ਜ਼ਰੂਰੀ ਹੈ ਨਾ। ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੱਤੀ, ਹੁਣ ਤੁਸੀਂ ਮੈਨੂੰ ਦੱਸ ਸਕਦਾ। ਇਹਦਾ ਆਨਸਰ ਆ ਜਾਏਗਾ ਆਪਣਾ ਐਗਰੋ ਬੇਸਡ ਅਤੇ ਮਿਨਰਲ ਬੇਸਡ, D ਆਪਸ਼ਨ ਆ ਜਾਏਗਾ। ਜੋ ਕੱਚੇ ਪਦਾਰਥ ਦੇ ਆਧਾਰ 'ਤੇ ਇਹਨਾਂ ਵਿੱਚੋਂ ਸਾਨੂੰ ਐਗਰੋ ਬੇਸਡ ਅਤੇ ਮਿਨਰਲ ਬੇਸਡ ਉਦਯੋਗ ਦਾ ਵਰਗੀਕਰਨ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਬਾਜ਼ਾਰ ਕਾਨੂੰਨ ਦਾ ਪ੍ਰਚਾਰ ਕਿਸ ਨੇ ਕੀਤਾ, ਬਾਜ਼ਾਰ ਕਾਨੂੰਨ, ਮਾਰਕੀਟ ਲੋਜ਼, ਠੀਕ ਹੈ। ਬਾਜ਼ਾਰ ਕਾਨੂੰਨ ਮਤਲਬ ਮਾਰਕੀਟ ਲੋਜ਼ ਦਾ ਪ੍ਰਚਾਰ ਕਿੰਨੇ ਕੀਤਾ, ਦੱਸ ਸਕਦਾ। JBC ਨੇ ਕੀਤਾ। ਕਿੰਨੇ ਕੀਤਾ, JBC ਨੇ ਕੀਤਾ। ਉਸ ਤੋਂ ਬਾਅਦ ਅੱਗੇ ਦੇਖੋ, ਵਿਦੇਸ਼ੀ ਦੇਸ਼ ਵਿੱਚ ਉਹਨਾਂ ਦੀ ਘਰੇਲੂ ਵੇਚਣ ਦੀ ਕੀਮਤ ਤੋਂ ਘੱਟ ਕੀਮਤ ਚੀਜ਼ਾਂ ਵੇਚਣ ਦੀ ਪ੍ਰਥਾ ਨੂੰ ਕੀ ਕਹਿੰਦੇ ਹਨ, ਦੱਸ ਸਕਦਾ ਕੋਈ। ਕੂਟਨੀਤੀ ਕਹਿੰਦੇ ਆ, ਵਿਤਕਰੇ ਕਹਿੰਦੇ ਆ, ਡੰਪਿੰਗ ਕਹਿੰਦੇ ਆ, ਡਬਲ ਕੀਮਤ ਕਹਿੰਦੇ ਆ। ਚਲੋ ਮੈਂ ਇਹਨੂੰ ਛੋਟਾ ਕਰ ਦਿੰਦਾ, ਨਹੀਂ ਹਾਂ ਠੀਕ ਹੈ, ਦੱਸ ਸਕਦਾ ਮੈਨੂੰ, ਸਮਝ ਪਾ ਰਹੇ ਹੋ। ਦੇਖੋ ਚਾਈਨਾ ਕੀ ਕਰਦਾ, ਆਪਣੇ ਹੀ ਪ੍ਰੋਡਕਟ ਨੂੰ ਜਿਹੜਾ ਉਸੇ ਚਾਈਨਾ ਮਾਰਕੀਟ ਵਿੱਚ ਮਹਿੰਗਾ ਵਿਕ ਰਿਹਾ ਉਹਨੂੰ ਇੰਡੀਆ 'ਚ ਲਿਆ ਕੇ ਸਸਤਾ ਵੇਚਦਾ। ਇਸ ਤਰ੍ਹਾਂ ਦੀ ਰਣਨੀਤੀ ਨੂੰ ਕੀ ਕਹਿੰਦੇ ਆ ਆਪਾਂ, ਡੰਪਿੰਗ ਡਿਊਟੀ, ਠੀਕ ਹੈ, ਡੰਪਿੰਗ ਪ੍ਰੋਸੈਸ, ਸਮਝ ਗਏ, ਓਕੇ। ਤਾਂ ਕਿ ਮਾਰਕੀਟ ਵੱਧ ਤੋਂ ਵੱਧ ਖੁੱਲ੍ਹੇ ਉੱਥੇ। ਜਿਵੇਂ ਅੱਜ ਤੁਹਾਨੂੰ ਦੇਖਣ ਨੂੰ ਮਿਲਦਾ ਇੰਡੀਆ ਚਾਈਨਾ ਦੇ ਸਾਰੇ ਮਾਲ ਦੇਖਣ ਨੂੰ ਮਿਲਦਾ, ਸਾਨੂੰ ਪ੍ਰੋਡਕਟਸ ਦੇਖਣ ਨੂੰ ਮਿਲਦੇ ਆ। ਡਨ, ਉਹਨੂੰ ਕਹਿੰਦੇ ਡੰਪਿੰਗ ਪ੍ਰੋਸੈਸ, ਡੰਪਿੰਗ ਡਿਊਟੀ ਕਹਿੰਦੇ ਆਪਾਂ। ਡਨ, ਓਕੇ। ਤਾਂ ਕਿ ਐਕਸਪੋਰਟ ਵਧਣ ਉਹਨਾਂ ਦੇ, ਉਨੀ ਮਤਲਬ ਕਰੰਸੀ ਨਿਕਲ ਕੇ ਸਾਹਮਣੇ ਆਏਗੀ। ਉਸ ਤੋਂ ਬਾਅਦ ਇੱਕ ਖਰਚਾ ਜੋ ਕੀਤਾ ਗਿਆ ਅਤੇ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਸਨੂੰ ਕੀ ਕਹਿੰਦੇ ਆਪਾਂ, ਐਸਾ ਖਰਚਾ ਕੀਤਾ ਕਿ ਉਸਦਾ ਮੁੜ ਪ੍ਰਾਪਤ ਨਹੀਂ ਹੋ ਸਕਦਾ, ਇੱਕੋ ਵਾਰੀ ਖਰਚਾ ਹੁੰਦਾ ਉਹਦਾ। ਪਰ ਪਰਿਵਰਤਨਸ਼ੀਲ ਕੀਮਤ ਹੁੰਦੀ ਹੈ, ਮੌਕਾ ਲਾਗਤ, ਡੁੱਬੀ ਕੀਮਤ, ਕਾਰਜਸ਼ੀਲ ਲਾਗਤ। ਐਸੇ ਖਰਚੇ ਨੂੰ ਅਤੇ ਐਸੀ ਜਿਹੜੀ ਪ੍ਰਾਪਤੀ ਸਿਰਫ ਇੱਕ ਵਾਰੀ ਹੋ ਸਕੇ, ਮੁੜ ਕੇ ਨਾ ਹੋ ਸਕੇ, ਉਹਨੂੰ ਆਪਾਂ ਡੁੱਬੀ ਕੀਮਤ ਕਹਿੰਦੇ ਹਾਂ। ਡਨ। ਚਲੋ ਅਗਲਾ ਕੁਐਸਚਨ ਦੇਖੋ, ਕਹਿੰਦੇ ਬੈਂਕ ਡਿਪੋਜ਼ਿਟ
ਜਿਨ੍ਹਾਂ ਨੂੰ ਆਪਾਂ ਬਿਨਾਂ ਨੋਟਿਸ ਵਾਪਸ ਲਿਆ ਜਾ ਸਕਦਾ। ਐਸੇ ਡਿਪੋਜ਼ਿਟ ਨੂੰ ਜਿਨ੍ਹਾਂ ਆਪਾਂ ਬਿਨਾਂ ਡਿਪੋਜ਼ਿਟ ਵਾਪਸ ਲਿੱਤਾ ਜਾ ਸਕਦਾ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਖਾਤਾ ਪ੍ਰਾਪਤ ਕਰਤਾ ਜਮ੍ਹਾਂ, ਸਥਿਰ ਜਮ੍ਹਾਂ ਰਕਮ, ਵੇਰੀਏਬਲ ਡਿਪੋਜ਼ਿਟ, ਡਿਮਾਂਡ ਡਿਪੋਜ਼ਿਟ। ਇਹਦਾ ਆਨਸਰ ਆ ਜਾਏਗਾ ਡਿਮਾਂਡ ਡਿਪੋਜ਼ਿਟਸ। ਡਨ। ਐਸੇ ਡਿਪੋਜ਼ਿਟ ਜਿਹਦੇ ਲਈ ਤੁਹਾਨੂੰ ਕੋਈ ਪ੍ਰੋਪਰ ਨੋਟਿਸ ਦੇਣ ਦੀ ਲੋੜ ਨਹੀਂ ਹੈ ਨਾ। ਤੁਸੀਂ ਕਦ ਵੀ ਜਾ ਕੇ ਤੁਸੀਂ ਪੈਸਾ ਕਢਾ ਸਕਦੇ ਹੋ, ਹੈ ਨਾ, ਚੈੱਕ ਦੁਆਰਾ, ATM ਦੁਆਰਾ, ਉਹਨੂੰ ਕਿਹਾ ਜਾਂਦਾ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਨਵੀਂ ਪੂੰਜੀ ਦਾ ਮੁੱਦਾ ਡੈਸ਼ ਵਿੱਚ ਰੱਖਿਆ ਗਿਆ। ਮੈਨੂੰ ਦੱਸ ਸਕਦਾ ਇਹਦਾ ਕੀ ਆਨਸਰ ਹੋਏਗਾ? ਸੈਕੰਡਰੀ ਮਾਰਕੀਟ ਵਿੱਚ, ਸਲੇਟੀ ਮਾਰਕੀਟ ਵਿੱਚ, ਪ੍ਰਾਇਮਰੀ ਮਾਰਕੀਟ ਵਿੱਚ, ਕਾਲਾ ਬਾਜ਼ਾਰ। ਪਹਿਲੇ ਤਾਂ ਸਮਝੋ ਪੂੰਜੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਆਪਾਂ? ਪੂੰਜੀ ਨੂੰ ਆਪਾਂ ਕੈਪੀਟਲ ਕਹਿੰਦੇ ਆ। ਨਵੀਂ ਕੈਪੀਟਲ ਪਾਉਣ ਦੀ ਲੋੜ ਹੈ ਨਾ। ਮੁੱਦਾ ਕਿੱਥੇ ਰੱਖਿਆ ਗਿਆ ਸੀ? ਪ੍ਰਾਇਮਰੀ ਮਾਰਕੀਟ ਵਿੱਚ। ਡਨ ਡਨ ਓਕੇ, ਸਮਝ ਗਏ? ਇੱਕ ਨਵਾਂ ਨਿਵੇਸ਼ ਕਰਨਾ। ਡਨ। ਨਵੀਆਂ ਮਤਲਬ ਇੱਕ ਤਰ੍ਹਾਂ ਦੀਆਂ ਮਤਲਬ ਫੂਡ ਪ੍ਰੋਸੈਸਿੰਗ ਇੰਡਸਟਰੀਆਂ ਲਗਾਉਣੀਆਂ। ਓਕੇ। ਉਸ ਤੋਂ ਬਾਅਦ ਪ੍ਰਾਈਮ ਲਾਗਤ ਦੇ ਡੈਸ਼ ਦੇ ਬਰਾਬਰ ਹੈ। ਪ੍ਰਾਈਮ ਜਿਹੜੀ ਲਾਗਤ ਹੁੰਦੀ ਹੈ ਉਹ ਡੈਸ਼ ਦੇ ਬਰਾਬਰ ਹੈ। ਪ੍ਰਬੰਧਨਸ਼ੀਲ ਲਾਗਤ ਤੋਂ ਇਲਾਵਾ ਪ੍ਰਸ਼ਾਸਕੀ ਲਾਗਤ, ਪ੍ਰਬੰਧਨਸ਼ੀਲ ਕੀਮਤ ਤੋਂ ਇਲਾਵਾ ਨਿਰਧਾਰਿਤ ਲਾਗਤਾਂ, ਪ੍ਰਬੰਧਨਸ਼ੀਲ ਕੀਮਤ ਸਿਰਫ ਸਥਿਰ ਖਰਚਾ। ਇਹਦਾ ਆਨਸਰ ਆ ਜਾਏਗਾ ਆਪਣਾ ਪ੍ਰਬੰਧਨਸ਼ੀਲ ਕੀਮਤ ਸਿਰਫ। ਠੀਕ ਹੈ, ਸਿਰਫ ਪ੍ਰਾਈਮ ਲਾਗਤ ਜਿਹੜੀ ਹੈ ਉਹ ਪ੍ਰਬੰਧਨਸ਼ੀਲ ਕੀਮਤ ਦੇ ਬਰਾਬਰ ਹੈ। ਇਹ ਤੁਸੀਂ ਧਿਆਨ 'ਚ ਰੱਖ ਲੈਣੀ ਹੈ। ਹੁਣ ਅੱਗੇ ਦੇਖੋ, ਜੋ ਟੈਕਸ ਦੀ ਦਰ ਆਮਦਨੀ ਦੇ ਉੱਚ ਪੱਧਰੀ ਨਾਲ ਵੱਧਦੀ ਹੈ ਤਾਂ ਇਸ ਨੂੰ ਡੈਸ਼ ਕਿਹਾ ਜਾਂਦਾ ਹੈ। ਅਨੁਪਾਤਕ ਟੈਕਸ, ਪ੍ਰਗਤੀਸ਼ੀਲ ਟੈਕਸ, ਇੱਕ ਮੁਸ਼ਤ ਰਕਮ ਟੈਕਸ ਅਤੇ ਰੈਗਰੈਸਿਵ ਟੈਕਸ। ਇਸ ਨੂੰ ਆਪਾਂ ਕੀ ਕਹਿੰਦੇ ਆ? ਪ੍ਰਗਤੀਸ਼ੀਲ ਟੈਕਸ ਕਹਿੰਦੇ ਆ। ਠੀਕ ਹੈ, ਧਿਆਨ ਨਾਲ ਸਮਝੋ ਕਹਿਣਾ ਕੀ ਚਾਹ ਰਿਹਾ ਹੋ। ਜੇ ਟੈਕਸ ਦੀ ਦਰ ਆਮਦਨੀ ਦੇ ਉੱਚ ਪੱਧਰ ਨਾਲ ਵੱਧਦੀ ਹੈ, ਜਿਉਂ ਤੁਹਾਡੀ ਆਮਦਨ ਵੱਧਦੀ ਰਹਿੰਦੀ ਹੈ ਉਹ ਜਿਉਂ ਟੈਕਸ ਵੀ ਵੱਧਦਾ ਰਹਿੰਦਾ। ਦੇਖਦੇ ਹੋ ਨਾ ਸਲੈਬ ਰੇਟ। ਜੇ ਤੁਹਾਡੀ ਇਸ ਸਲੈਬ ਦੇ ਵਿੱਚ ਮਤਲਬ ਤੁਹਾਡੀ ਇਨਕਮ ਆ ਰਹੀ ਹੈ ਤਾਂ ਤੁਹਾਡੇ ਉੱਪਰ ਇੰਨਾ ਟੈਕਸ ਲੱਗੇਗਾ, ਜੇ ਵੱਧ ਗਈ ਹੈ ਤਾਂ ਇੰਨਾ ਲੱਗੇਗਾ। ਇਹਨੂੰ ਕੀ ਕਹਿੰਦੇ ਆਪਾਂ? ਪ੍ਰੋਗਰੈਸਿਵ ਟੈਕਸ ਕਹਿੰਦੇ ਆ ਇੰਗਲਿਸ਼ ਵਿੱਚ। ਤਾਂ ਪੰਜਾਬੀ 'ਚ ਕੀ ਕਹਾਂਗੇ? ਪ੍ਰਗਤੀਸ਼ੀਲ ਟੈਕਸ ਕਹਾਂਗੇ। ਡਨ ਓਕੇ, ਸਮਝ ਗਏ ਨਾ। ਅੱਗੇ ਦੇਖੋ, ਕਹਿੰਦੇ ਇੱਕ ਆਰਥਿਕਤਾ ਵਿੱਚ ਪੂੰਜੀ ਨਿਰਮਾਣ ਡੈਸ਼ 'ਤੇ ਨਿਰਭਰ ਕਰਦੀ ਹੈ। ਕੁੱਲ ਆਮਦਨ 'ਤੇ, ਕੁੱਲ ਮੰਗ 'ਤੇ, ਕੁੱਲ ਬਚਤ 'ਤੇ, ਕੁੱਲ ਉਤਪਾਦਨ 'ਤੇ। ਇਹਦਾ ਆਨਸਰ ਆ ਜਾਏਗਾ ਆਪਣਾ ਕੁੱਲ ਬਚਤ 'ਤੇ। ਇਸ 'ਚ ਸਮਝਣਾ ਹੋਵੇ ਤਾਂ ਆਪਾਂ ਨੂੰ ਕਿਵੇਂ ਸਮਝਣਾ ਕਿ ਜੇ ਆਪਾਂ ਨੇ ਕੈਪੀਟਲ ਲੈ ਕੇ ਆਉਣੀ ਹੈ ਉਹ ਕਿਸ 'ਤੇ ਡਿਪੈਂਡ ਕਰੇਗੀ? ਸਾਡੀ ਸੇਵਿੰਗ 'ਤੇ। ਤੁਹਾਡੀ ਸੇਵਿੰਗ ਕਿਵੇਂ? ਸੇਵਿੰਗ ਕਰਕੇ ਤੁਸੀਂ ਅੱਗੇ ਇਨਵੈਸਟਮੈਂਟ ਕਰ ਸਕਦੇ ਹੋ, ਨਹੀਂ ਤਾਂ ਕੁਛ ਵੀ ਨਹੀਂ ਹੋਣਾ, ਹੈ ਨਾ। ਇਹ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਨੇ। ਉਸ ਤੋਂ ਬਾਅਦ ਉਦਯੋਗਿਕ ਨਿਕਾਸ ਨੀਤੀ ਦਾ ਕੀ ਮਤਲਬ ਹੈ? ਉਦਯੋਗਿਕ ਨਿਕਾਸ ਨੀਤੀ ਦਾ ਕੀ ਮਤਲਬ ਹੈ? ਨੀਤੀ ਮਤਲਬ ਪਾਲਿਸੀ, ਹੈ ਨਾ। ਤਾਂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਛੱਡਣ ਲਈ ਮਜਬੂਰ, ਕਾਰੋਬਾਰੀ ਇਕਾਈਆਂ ਨੂੰ ਭੀੜ ਵਾਲੇ ਇਲਾਕਿਆਂ ਤੋਂ ਬਾਹਰ ਜਾਣ ਵਾਲੀ ਮਜਬੂਰ ਕਰਨਾ, ਨਿਰਮਾਤਾਵਾਂ ਨੂੰ ਉਹਨਾਂ ਦੇ ਉਤਪਾਦਾਂ ਦੀ ਲਾਈਨ ਬਦਲਣ, ਕਾਰੋਬਾਰੀ ਇਕਾਈਆਂ ਨੂੰ ਬੰਦ ਕਰਨ। ਉਦਯੋਗਿਕ ਨਿਕਾਸ ਨੀਤੀ ਦਾ ਕੀ ਮਤਲਬ ਹੈ? ਪੜ੍ਹੋ ਧਿਆਨ ਨਾਲ ਚਾਰੋਂ ਆਪਸ਼ਨ। ਇਹਦਾ ਮਤਲਬ ਹੋ ਜਾਏਗਾ ਕਾਰੋਬਾਰੀ ਇਕਾਈਆਂ ਨੂੰ ਰੱਦ ਕਰਨ ਦੀ ਗੱਲ ਆਖੀ ਗਈ ਹੈ। ਕਹਿਣ ਦਾ ਭਾਵ ਕੁਝ ਐਸੀ ਇੰਡਸਟਰੀ ਜਿਹਨੂੰ ਐਗਜ਼ਿਟ ਕਰਨ ਦਾ ਸਿਸਟਮ ਕਿਸ ਤਰ੍ਹਾਂ ਦਾ ਰਹੇਗਾ, ਉਸ ਸਥਿਤੀ ਨੂੰ ਆਪਾਂ ਕਹਿੰਦੇ ਆ ਉਦਯੋਗਿਕ ਨਿਕਾਸ ਨੀਤੀ। ਡਨ ਓਕੇ। ਚਲੋ, ਹੇਠ ਲਿਖਿਆਂ ਵਿੱਚੋਂ ਕਿਹੜਾ ਲੇਬਰ ਦੀ ਸਪਲਾਈ ਨਿਰਧਾਰਿਤ ਨਹੀਂ ਕਰਦਾ? ਆਬਾਦੀ ਦਾ ਆਕਾਰ ਅਤੇ ਉਮਰ, ਕੰਮ ਦੀ ਪ੍ਰਕਿਰਤੀ ਦੱਸੋ। ਉਸ ਤੋਂ ਬਾਅਦ ਕੰਮ ਮਨੋਰੰਜਨ ਅਨੁਪਾਤ, ਕਿਰਤ ਦੀ ਮਾਰਜਨਲ ਉਤਪਾਦਕਤਾ। ਇਹਨਾਂ 'ਚੋਂ ਦੱਸੋ ਜੋ ਕਿਹੜਾ ਆਪਸ਼ਨ ਲੱਗੇਗਾ? ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਦੱਸੋ। ਇਸ ਵਿੱਚ ਆਨਸਰ ਆ ਜਾਏਗਾ ਆਪਣਾ ਸੀ ਆਪਸ਼ਨ, ਯਾਨੀ ਕਿ ਕਿਰਤ ਦੀ ਮਾਰਜਨ ਉਤਪਾਦਕਤਾ, ਜਿਸ ਦਾ ਨਿਰਧਾਰਿਤ ਸਾਡੇ ਲੇਬਰ ਸਪਲਾਈ ਨਾਲ ਨਹੀਂ ਕਰਦਾ। ਧਿਆਨ ਰੱਖਣਾ ਚਾਹੀਦਾ। ਬਾਕੀ ਚੀਜ਼ਾਂ ਕਰਦੇ ਆ, ਕੰਮ ਦੀ ਪ੍ਰਕਿਰਤੀ ਹੋ ਗਈ, ਕੰਮ ਮਨੋਰੰਜਨ ਅਨੁਪਾਤ ਹੋ ਗਿਆ। ਡਨ। ਚਲੋ, ਜੇ ਚਾਹ ਦੀ ਕੀਮਤ, ਧਿਆਨ ਨਾਲ ਪੜ੍ਹਿਓ, ਜੇ ਚਾਹ ਦੀ ਕੀਮਤ ਡਿੱਗ ਜਾਂਦੀ ਹੈ ਤਾਂ ਕੌਫੀ ਦੀ ਮੰਗ ਡੈਸ਼ ਹੋ ਜਾਵੇਗੀ। ਧਿਆਨ ਨਾਲ ਪੜ੍ਹੋ, ਚਾਹ ਦੀ ਕੀਮਤ ਡਿੱਗੀ ਤਾਂ ਕੌਫੀ ਦੀ ਮੰਗ ਕੀ ਹੋਏਗੀ? ਵਧੇਗੀ, ਘਟੇਗੀ, ਇੱਕੋ ਜਿਹੇ ਰਹਿਣਗੇ ਤਾਂ ਕੋਈ ਫਰਕ ਨਹੀਂ ਆਏਗਾ। ਇਹ ਆਏਗਾ ਘਟਣਾ। ਠੀਕ ਹੈ, ਕੌਫੀ ਦੀ ਮੰਗ ਧਿਆਨ ਨਾਲ ਸਮਝਿਓ। ਉਰੇ ਜੇ ਪੜ੍ਹਿਆ ਨਾ ਧਿਆਨ ਨਾਲ, ਮੰਗ ਦੀ ਜਗ੍ਹਾ ਤੁਸੀਂ ਰੇਟ ਸਮਝ ਕੇ ਇਹ ਲਿਖਾ ਹੈ ਕਿ ਹਾਂ ਕੌਫੀ ਦਾ ਰੇਟ ਵੱਧ ਜਾਏਗਾ, ਐਵੇਂ ਹੋ ਜਾਏਗਾ। ਨਹੀਂ, ਮੰਗ ਪੁੱਛੀ ਉਰੇ, ਸਪਲਾਈ ਪੁੱਛੀ ਹੈ ਉਰੇ, ਹੈ ਨਾ। ਡਿਮਾਂਡ, ਸਪਲਾਈ ਅਤੇ ਡਿਮਾਂਡ ਦੀ ਗੱਲਾਂ ਆਖ ਰਿਹਾ ਉਹ।
ਦੈਨ ਮੰਗ ਮਤਲਬ ਡਿਮਾਂਡ, ਹੈ ਨਾ। ਤਾਂ ਡਿਮਾਂਡ ਕੀ ਹੋ ਜਾਏਗੀ, ਘੱਟ ਜਾਏਗੀ ਜੇ ਚਾਹ ਦੀ ਕੀਮਤ ਵੱਧ ਗਈ, ਸੌਰੀ ਚਾਹ ਦੀ ਕੀਮਤ ਡਿੱਗ ਗਈ। ਓਕੇ। ਸਮੁੰਦਰੀ ਪਾਣੀ, ਤਾਜ਼ੀ ਹਵਾ ਆਦਿ ਨੂੰ ਅਰਥ ਸ਼ਾਸਤਰ ਵਿੱਚ ਡੈਸ਼ ਮੰਨਿਆ ਜਾਂਦਾ ਹੈ। ਸਮੁੰਦਰੀ ਪਾਣੀ, ਤਾਜ਼ੀ ਹਵਾ ਅਰਥ ਸ਼ਾਸਤਰ ਵਿੱਚ ਨੂੰ ਡੈਸ਼ ਮੰਨਿਆ ਜਾਂਦਾ ਹੈ। ਆਪਸ਼ਨ ਦੇਖੋ, ਗਿਫਨ ਸਮਾਨ ਮੰਨਿਆ ਜਾਂਦਾ ਹੈ, ਘਟੀਆਂ ਚੀਜ਼ਾਂ ਮੰਨਿਆ ਜਾਂਦਾ ਹੈ, ਮੁਫਤ ਮਾਲ ਮੰਨਿਆ ਜਾਂਦਾ, ਆਮ ਸਮਾਨ ਮੰਨਿਆ ਜਾਂਦਾ। ਇਸ ਨੂੰ ਆਪਾਂ ਮੁਫਤ ਮਾਲ ਕਹਿੰਦੇ ਹਾਂ, ਫ੍ਰੀ ਗੁੱਡਸ। ਡਨ। ਓਕੇ, ਚਲੋ ਇਹ ਸੀ ਆਪਣੇ ਅੱਜ ਕੁਐਸਚਨ ਕੋਈ ਤੁਹਾਡੇ ਨਾਲ ਡਿਸਕਸ ਕੀਤੇ। ਹੁਣ ਤੁਸੀਂ ਦੇਖੋ ਆਪੇ ਕਿ ਤੁਹਾਨੂੰ ਕਿੱਥੇ ਵੀ ਲੱਗ ਰਿਹਾ ਕਿ ਇਹ ਕੁਐਸਚਨ ਤੁਹਾਡੇ ਕਨਸੈਪਟ ਨੂੰ ਕਲੀਅਰ ਨਹੀਂ ਕਰ ਰਹੇ। ਹਾਲੇ ਤਾਂ ਮੈਂ ਐਕਸਪਲੇਨੇਸ਼ਨ ਤੁਹਾਨੂੰ ਨਾਲ ਦਿੱਤੀ ਹੋਈ ਹੈ, ਕੁਝ ਐਕਸਪਲੇਨੇਸ਼ਨ ਮੈਂ ਖੁਦ ਆਪ ਪੜ੍ਹ ਰਿਹਾ, ਮੈਂ ਕੁਝ ਐਕਸਪਲੇਨੇਸ਼ਨ ਨਾਲ ਹੀ ਦਿੱਤੀ ਹੋਈ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਤਾਂ ਜਿਨ੍ਹਾਂ ਨੇ ਹਾਲੇ ਤੱਕ ਆਰਡਰ ਨਹੀਂ ਕੀਤੀ ਉਹ ਜਾ ਕੇ 21,000 ਸੀਰੀਜ਼ ਨੂੰ ਆਰਡਰ ਕਰੋ। ਦੈਨ ਤਾਂ ਤੁਹਾਨੂੰ ਟੈਲੀਗ੍ਰਾਮ 'ਤੇ ਸਾਰੀ ਜਾਣਕਾਰੀ ਮਿਲ ਜਾਏਗੀ, ਇਸ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਸੋ ਜਾ ਕੇ ਜ਼ਰੂਰ ਜਾ ਕੇ ਤੁਸੀਂ ਇਹਨੂੰ ਆਰਡਰ ਕਰਨੀ ਹੈ ਬੁੱਕ ਨੂੰ। ਅਤੇ ਇਹ ਬੁੱਕ ਨੈਬ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ, ਠੀਕ ਹੈ, SSC, PSSB ਕਲਰਕ, ਸਾਰਿਆਂ ਲਈ ਇੰਪੋਰਟੈਂਟ ਹੈ। ਇਹ ਕੁਐਸਚਨ ਇਸ ਤਰ੍ਹਾਂ ਬਣਾਏ ਗਏ ਨੇ ਕਿ ਤੁਹਾਨੂੰ ਹਰੇਕ ਕਿੱਥੇ ਦੀ ਇੰਪੋਰਟੈਂਸ ਦੇਖਣ ਨੂੰ ਮਿਲੇਗੀ। ਸੋ ਥੈਂਕ ਯੂ ਵੈਰੀ ਮਚ।